ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 12 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸੁਣਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮੈਡੀਕੇਅਰ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੁਝ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0500। 3 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ ਬੇਕਰਸਫੀਲਡ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰ ਦੇ ਹਰ ਤਰ੍ਹਾਂ ਦੇ ਪਾਰਟਸ ਖਰੀਦ ਸਕਦੇ ਹੋ। ਹਾਈ ਕੁਆਲਿਟੀ OEM ਪਾਰਟਸ ਤੇ ਆਫਟਰ ਮਾਰਕੀਟ ਪਾਰਟਸ ਵੀ ਇਹਨਾਂ ਦੇ ਕੋਲ ਉਪਲਬਧ ਨੇ। 2 ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਹਾਡਾ ਕੁਐਸਚਨ ਹੁੰਦਾ ਨਾ ਤਾਂ ਉਹ ਛੇਤੀ ਪੁੱਛ ਲਿਆ ਕਰੋ, ਕਿਉਂਕਿ ਫਿਰ ਸਾਡਾ ਲੇਟ ਹੋ ਜਾਂਦਾ ਪ੍ਰੋਗਰਾਮ। ਨੈਕਸਟ ਪ੍ਰੋਗਰਾਮ ਵੀ ਹੁੰਦਾ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ। ਕੋਈ ਵੀ ਤੁਹਾਡਾ ਕੁਐਸਚਨ ਹੋਇਆ ਤੇ ਤੁਸੀਂ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਰਮਨ ਜੀ, ਆਪਾਂ ਅੱਜ ਦੀਆਂ ਕੁਝ ਪਹਿਲਾਂ ਖਬਰਾਂ ਸਾਂਝੀਆਂ ਕਰ ਲਈਏ। ਜਿਹੜੇ ਐਨਾਲਿਸਟ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਜਿਹੜੇ ਸਪੌਟ ਰੇਟ ਆ ਉਹ 15% ਉੱਪਰ ਚਲੇ ਜਾਣਗੇ। ਸੋ ਇਹ ਕਿੱਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਲੱਗਦੀ ਹੈ? ਬਿਲਕੁਲ ਜੀ, ਜਿਹੜਾ ਹੁਣ ਇਸ ਵੇਲੇ ਆਪਾਂ ਜਿੱਦਾਂ ਕਿ ਪਿਛਲੇ ਸਾਲ ਤੋਂ ਆਪਾਂ ਗੱਲ ਕਰਦੇ ਆ ਰਹੇ ਹਾਂ, ਫੈਬਰਵਰੀ ਤੋਂ ਆਪਣਾ ਜਿਹੜਾ ਇਹ ਟਰੱਕਿੰਗ ਦੇ ਵਿੱਚ ਜਿਹੜਾ ਮੰਦੀ ਆ ਆਉਣੀ ਸ਼ੁਰੂ ਹੋਈ ਸੀਗੀ, ਤੇ ਹੁਣ ਆਲਮੋਸਟ ਆਪਾਂ 1 ਸਾਲ ਦੇ ਲਾਗੇ ਚਲੇ ਜਾਣਾ ਫਰਵਰੀ ਦੇ ਵਿੱਚ। ਸੋ ਯੂਜ਼ਲੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਸਾਲ ਦਾ ਟਾਈਮ ਹੁੰਦਾ ਆ ਕਿ ਜਦੋਂ ਬਾਟਮ ਤੇ ਆਉਂਦੀ ਆ। ਤੇ ਫਰਵਰੀ ਜਿਹੜਾ ਮਹੀਨਾ ਹੈਗਾ, ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਦਿੰਦੇ ਆ, ਜਿਹੜਾ ਕੁਆਟਰ ਹੈਗਾ ਇਹਦੇ ਵਿੱਚ ਆਪਾਂ ਨੂੰ ਇਹਦੇ ਐਂਡ ਤੇ ਆਪਾਂ ਨੂੰ ਫਾਈਨਲੀ ਪਤਾ ਲੱਗ ਜਾਣਾ ਸਟੈਂਡ ਕਰਦੇ ਆ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ, ਕਿਉਂਕਿ ਕਈ ਫੈਕਟਰ ਜਿਹੜੇ ਇਸ ਵੇਲੇ ਕੰਮ ਕਰ ਰਹੇ ਹੈਗੇ ਆ। ਥੋੜਾ ਬਹੁਤ ਰੇਟ ਇਨਕਰੀਜ਼ ਹੋਇਆ। ਇੱਕ ਤਾਂ ਵੈਦਰ ਦਾ ਫੈਕਟਰ ਹੈਗਾ ਕਿ ਵੈਦਰ ਜਿਹੜਾ ਆ ਉਹ ਕੁਝ ਖਰਾਬ ਚੱਲ ਰਿਹਾ ਹੈਗਾ, ਔਰ ਉਹਦੇ ਕਰਕੇ ਵੀ ਜਿਹੜੇ ਰੇਟਸ ਆ ਥੋੜੇ ਜਿਹੇ ਅਪਵਰਡਸ ਹੋਏ ਆ। ਦੂਸਰੀ ਗੱਲ ਹੈਗੀ ਆ ਕਿ ਕੈਲੀਫੋਰਨੀਆ ਦੀ ਜਿਹੜੀ ਆਪਾਂ ਗੱਲ ਕਰ ਲਈਏ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਐਮਿਸ਼ਨ ਦੇ ਨਵਾਂ ਰੂਲ ਜਿਹੜਾ 1 ਜਨਵਰੀ ਤੋਂ ਲਾਗੂ ਹੋ ਗਿਆ ਕਿ ਜਿਹੜੇ 2010 ਤੋਂ ਪਹਿਲੇ ਟਰੱਕ ਹੈਗੇ ਆ ਉਹ ਨਹੀਂ ਚੱਲਣੇ ਹੈਗੇ ਕੈਲੀਫੋਰਨੀਆ ਦੇ। ਤੇ ਉਸਦੇ ਨਾਲ ਨਾਲ ਜਿਹੜਾ ਸਵਾਬ ਚੈੱਕ ਪ੍ਰੋਗਰਾਮ ਸ਼ੁਰੂ ਹੋ ਗਿਆ। ਸਵਾਬ ਚੈੱਕ ਪ੍ਰੋਗਰਾਮ ਜਿਹੜਾ ਕਿ ਬਾਹਰੋਂ ਟਰੱਕ ਆ ਰਿਹਾ ਹੈਗਾ, ਜਿਹੜਾ ਕੰਪਲਾਇੰਟ ਨਹੀਂ ਹੈਗਾ, ਪਹਿਲਾਂ ਉਹ ਆ ਜਾਂਦੇ ਸੀਗੇ ਟਰੱਕ, ਲੇਕਿਨ ਹੁਣ ਉਹ ਟਰੱਕ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਮੋਸਟ ਪ੍ਰੋਬੇਬਲੀ ਨਹੀਂ ਆਉਣਗੇ, ਕਿਉਂਕਿ ਸਕੈਨਿੰਗ ਜਿਹੜੀ ਹੈਗੀ ਆ ਪੋਰਟ ਆਫ ਐਂਟਰੀ ਤੇ ਹੋਰ ਕਈ ਜਗ੍ਹਾ ਤੇ ਸਕੈਨਿੰਗ ਕੀਤੀ ਜਾ ਰਹੀ ਆ ਸਵਾਬ ਚੈੱਕਾਂ ਦੀ। ਸੋ ਮੋਸਟ ਪ੍ਰੋਬੇਬਲੀ ਉਹ ਥੋੜਾ ਜਿਹਾ ਕਪੈਸਿਟੀ ਨੂੰ ਘੱਟ ਕਰੂਗੇ, ਉਹਦੇ ਨਾਲ ਕਪੈਸਿਟੀ ਘਟੂਗੀ ਕੈਲੀਫੋਰਨੀਆ ਦੇ ਵਿੱਚ। ਸੋ ਕਪੈਸਿਟੀ ਜੇ ਘਟੂ, ਜਿਹੜੇ ਰੇਟ ਆ ਉਹ ਅਪਵਰਡ ਜਾਣਗੇ। ਸੋ ਇਹ ਚਲੋ ਇੱਕ ਚੰਗੀ ਚੀਜ਼ ਆਪਾਂ ਕਹਿ ਸਕਦੇ ਹਾਂ ਵੀ ਇਹ ਹੋ ਸਕਦੀ ਆ ਵੀ ਹੁਣ ਉੱਧਰ ਨੂੰ ਜਾ ਰਹੀ ਹੈ, ਕਿਉਂਕਿ ਆਪਾਂ ਰਾਈਟ ਨਾਓ ਟਰੱਕਿੰਗ ਦਾ ਬਾਟਮ ਜਿਹੜਾ ਉਹ ਦੇਖ ਰਹੇ ਹਾਂ। ਸਥਿਤੀ ਕਾਫੀ ਭਿਆਨਕ ਦੇ ਵਿੱਚੋਂ ਟਰੱਕਿੰਗ ਲੰਘ ਰਹੀ ਆ। ਸੋ ਦੇਰ ਇਜ਼ ਨਥਿੰਗ, ਹੁਣ ਇਸ ਤੋਂ ਬਾਅਦ ਉੱਤੇ ਹੀ ਆ। ਸੋ ਨਥਿੰਗ ਮੋਰ ਦੈਨ ਵੀ ਉੱਤੋਂ ਉੱਤੇ ਨੂੰ ਹੀ ਜਿਹੜਾ ਆਪਾਂ ਜਾਣਾ ਆ। ਸੋ ਜੋ ਇਹ ਚੰਗੀ ਗੱਲ ਆ। ਇਸ ਨੂੰ ਦੇਖਦੇ ਹੋਏ ਹੁਣ
ਕੋਈ ਬੰਦਾ ਦੇਖਦਾ ਹੈ, ਕੋਈ ਸੁਣਦਾ ਆ, ਜਿਹੜਾ ਕੋਈ ਨਵਾਂ ਵੀ ਆਇਆ ਆ, ਉਹਨੇ ਕਹਿਣਾ ਯਾਰ 15% ਸਪੌਟ ਰੇਟਸ ਵੱਧ ਜਾਣੇ ਆ, ਹੁਣ ਕੀ ਆਪਾਂ ਟਰੱਕ ਇਕਵਿਪਮੈਂਟ ਦੁਬਾਰਾ ਖਰੀਦਣਾ ਸ਼ੁਰੂ ਕਰ ਲਈਏ, ਕੀ ਕਰ ਲਈਏ? ਜਾਂ ਜਿਹੜੇ ਅਜੇ ਵੀ ਉਸ ਗੇੜ ਦੇ ਵਿੱਚ ਫਸੇ ਆ, ਮਹਿੰਗੇ ਟਰੱਕ ਜਿਹੜੇ ਉਹਨਾਂ ਨੇ ਲਏ ਹੋਏ ਸੀ, ਇਕਵਿਪਮੈਂਟ ਜਿਹੜਾ ਉਹਨਾਂ ਦੇ ਲਿਆ ਸੀ, ਸੋ ਹੁਣ ਉਹਨਾਂ ਨੂੰ ਕੀ ਰਾਏ ਹੈਗੀ ਆ? ਰਾਸ਼ਟਰ ਅਜੇ ਤਾਂ ਸਿਰਫ ਇਹ ਵੀ ਆ ਕਿ ਵੇਟ ਐਂਡ ਵਾਚ ਹੈਗਾ ਆ। ਮੈਂ ਨਹੀਂ ਰਿਕਮੈਂਡ ਕਰੂੰਗਾ ਕਿ ਕੋਈ ਵੀ ਜਿਹੜਾ ਬੰਦਾ ਨਵਾਂ ਬੰਦਾ ਹੈਗਾ ਇਸ ਵੇਲੇ ਟਰੱਕਿੰਗ ਦੇ ਵਿੱਚ, ਜੇ ਉਹ ਡਰਾਈਵਰ ਹੈਗਾ ਇਸ ਵੇਲੇ, ਤੇ ਪਲੀਜ਼ ਉਹ ਡਰਾਈਵਿੰਗ ਦੇ ਵੱਲ ਧਿਆਨ ਦੇਵੇ, ਆਪਣਾ ਐਕਸਪੀਰੀਅੰਸ ਲੈਣ ਵੱਲ ਧਿਆਨ ਦੇਵੇ। ਇਸ ਵੇਲੇ ਜਿਹੜਾ ਹੈਗਾ ਜਿਹੜਾ ਸਮਾਂ ਹੈਗਾ, ਜੇ ਇਸ ਸੀਜ਼ਨ ਨੂੰ ਥੋੜਾ ਦੇਖ ਲਵੇ, ਕਿਉਂਕਿ ਆਪਾਂ ਪ੍ਰਿਡਿਕਟ ਕਰ ਸਕਦੇ, ਆਪਾਂ ਸਿਰਫ ਅੰਦਾਜ਼ਾ ਲਾ ਸਕਦੇ ਕਿ ਆਹ ਹੋਊਗਾ, ਆਪਾਂ ਸ਼ੋਰਲੀ ਨਹੀਂ ਕਹਿ ਸਕਦੇ ਕਿ ਇਹ ਚੀਜ਼ਾਂ ਹੋਣੀਆਂ ਹੈਗੀਆਂ, ਠੀਕ ਹੈ ਨਾ। ਸਿਚੁਏਸ਼ਨ ਜਿਹੜੀਆਂ ਅੱਜ ਕੱਲ੍ਹ ਹੈਗੀਆਂ, ਕਿਉਂਕਿ ਅੱਜ ਕੱਲ੍ਹ ਕੱਲੀਆਂ ਪਹਿਲਾਂ ਹੁੰਦੇ ਸੀਗੇ, ਸੀਜ਼ਨ ਚੱਲਦਾ ਹੁੰਦਾ ਸੀ, ਸਾਨੂੰ ਪਤਾ ਸੀ ਵੀ ਸੀਜ਼ਨ ਇੱਥੋਂ ਇੱਥੇ ਤੱਕ ਚੱਲਣਾ, ਇੱਥੇ ਤੱਕ ਚੱਲਣਾ, ਪ੍ਰੋਡਿਕਸ਼ਨ ਹੋ ਜਾਂਦੀ ਸੀ। ਹੁਣ ਨੈਚੁਰਲ ਡਿਜ਼ਾਸਟਰ ਨੂੰ ਲੈ ਕੇ ਤੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਨੂੰ ਲੈ ਕੇ ਅਨਕੰਟਰੋਲੇਬਲ ਜਿਹੜੀ ਸਿਚੁਏਸ਼ਨ ਹੋ ਜਾਂਦੀਆਂ, ਜਿੱਥੇ ਤੁਹਾਡਾ ਕੋਈ ਕੰਟਰੋਲ ਹੀ ਨਹੀਂ ਹੈਗਾ। ਹੁਣ ਕੋਵਿਡ ਦਾ ਸੀਗਾ ਸਮਾਂ ਜਦੋਂ ਆਇਆ ਆ, ਆਪਣਾ ਕੋਈ ਕੰਟਰੋਲ ਹੀ ਨਹੀਂ ਸੀ ਹੈਗਾ ਕਿਸੇ ਚੀਜ਼ ਉੱਤੇ। ਸੋ ਇਸ ਕਰਕੇ ਜਿਹੜੀ ਆਉਣ ਵਾਲਾ ਸਮਾਂ ਹੈਗਾ, ਉਹਦੇ ਵਿੱਚ ਜਿਹੜੀਆਂ ਇਹ ਵੱਡੀਆਂ ਔਰ ਬਿਗੇਸਟ ਪ੍ਰੋਬਲਮਸ ਹੈਗੀਆਂ, ਜਿਹੜੀਆਂ ਕਿ ਕੰਟਰੀਜ਼ ਦੇ ਦਰਮਿਆਨ ਜਿਹੜੀਆਂ ਪੋਲੀਟਿਕਸ ਦੇ ਵਿੱਚ ਖੇਡੀਆਂ ਜਾਂਦੀਆਂ, ਉਹਨਾਂ ਦੇ ਉੱਤੇ ਆਪਣਾ ਕੋਈ ਜ਼ੋਰ ਨਹੀਂ ਹੈਗਾ। ਸੋ ਇਸ ਕਰਕੇ ਮੈਂ ਇਹ ਕਹੂੰਗਾ ਕਿ ਅਜੇ ਜਿਹੜਾ ਕੋਈ ਨਵਾਂ ਟਰੱਕਿੰਗ ਦੇ ਵਿੱਚ ਆਉਣਾ ਚਾਹੁੰਦਾ, ਜਿਹੜਾ ਐਜ਼ ਅ ਓਵਰ ਆਪਰੇਟਰ ਬਣਨਾ ਚਾਹੁੰਦਾ, ਜੇ ਉਹ ਆਹ ਸੀਜ਼ਨ ਦੇਖ ਲਵੇ ਤੇ ਆਪਣੀ ਡਰਾਈਵਿੰਗ ਤੇ ਧਿਆਨ ਦੇਵੇ, ਆਪਣਾ ਐਕਸਪੀਰੀਅੰਸ ਉਧਰਲੇ ਪਾਸੇ ਲਵੇ, ਤੇ ਉਹ ਉਹਦੇ ਲਈ ਬਿਹਤਰ ਹੋਊਗਾ। ਬਾਕੀ ਇਹ ਹੁੰਦਾ ਕਿ ਕਈ ਵਾਰੀ ਕਈ ਦੋਸਤ ਮਿੱਤਰ ਐਸੇ ਹੁੰਦੇ ਆ ਜਿਨ੍ਹਾਂ ਦੇ ਕਿ ਆਲਰੇਡੀ ਉਹਨਾਂ ਨੇ ਘਰ ਦੇ ਬੰਦੇ ਡਰਾਈਵ ਕਰਦੇ ਆ, ਉਹਨਾਂ ਨੇ ਤੇ ਹੋਰ ਬੰਦੇ ਐਕਸਟਰਾ ਆਪਣੇ ਘਰਦਿਆਂ ਨੂੰ ਲਾਇਸੈਂਸ ਲੈ ਕੇ ਦਿੱਤਾ, ਉਹਨਾਂ ਨੇ ਡਰਾਈਵ ਕਰਨਾ, ਦੈਟ ਵਾਜ਼ ਅ ਡਿਫਰੈਂਟ ਸਟੋਰੀ। ਪਰ ਜੇ ਤੁਸੀਂ ਈਵਨ ਆਪਣਾ ਓਨਰ ਆਪਰੇਟਰ ਵੀ ਬਣਨਾ ਹੈਗਾ, ਥੋੜਾ ਜਿਹਾ ਆਹ ਜਿਹੜਾ ਟਾਈਮ ਹੈਗਾ ਵੇਟ ਕਰ ਲਓ, ਅਜੇ ਵਾਚ ਕਰ ਲਓ ਕਿ ਕੀ ਬਣਦਾ ਹੈਗਾ। ਜੀ ਬਿਲਕੁਲ। ਜਿਹੜੇ ਮੋਰਗਨ ਸਟੈਨਲੀ ਆ, ਉਹਨਾਂ ਦੇ ਐਨਾਲਿਸਟ ਰਵੀ ਸ਼ੰਕਰ ਆ, ਉਹਨਾਂ ਨੇ ਇਹ ਕਿਹਾ ਕਿ ਟਰਾਂਸਪੋਰਟੇਸ਼ਨ ਤੇ ਲੌਜਿਸਟਿਕ ਕੰਪਨੀਜ਼ ਦੇ ਵਿੱਚ ਜਿਹੜਾ ਫਿਊਚਰ ਆ ਹੁਣ ਥੋੜਾ ਬੈਟਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਅਸੀਂ ਆਲਰੇਡੀ ਰੈੱਡ ਫਲੈਗ 'ਚ ਸੀਗੇ, ਹੁਣ ਸਾਨੂੰ ਸਾਈਨ ਦਿਸ ਰਹੇ ਆ, ਆਪਾਂ ਔਰੇਂਜ ਜਾਂ ਯੈਲੋ ਵੱਲ ਨੂੰ ਜਾ ਰਹੇ ਹੈਗੇ ਆ। ਸਪੌਟ ਰੇਟ ਦਾ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਆਉਣ ਵਾਲੇ ਸਮੇਂ 'ਚ 15% ਜਾ ਸਕਦਾ, ਪਰ ਅੱਜ ਦੀ ਡੇਟ 'ਚ ਵੀ ਦੇਖਿਆ ਜਾਵੇ ਸਪੌਟ ਰੇਟ 33% ਡਾਊਨ ਆ ਇੱਕ ਸਾਲ ਪਹਿਲਾਂ ਨਾਲੋਂ। ਸੋ ਹਜੇ ਸਾਰਿਆਂ ਨੇ, ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਹੀ ਆ, ਵੀ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਜੇ ਕਿਸੇ ਨੇ ਇਕਵਿਪਮੈਂਟ ਖਰੀਦਣਾ ਹੈਗਾ ਆ, ਉਹ ਖਰੀਦੋ, ਜਾਂ ਐਕਸਪੈਂਡ ਕਰਨਾ ਹੈਗਾ ਤੇ ਇੱਕ ਦੂਜੇ ਵੱਲ ਦੇਖ ਕੇ ਨਾ ਕਰੋ। ਕਿਉਂਕਿ ਜਿਨ੍ਹਾਂ ਨੇ, ਹੁਣ ਤੁਸੀਂ ਦੇਖ ਲਓ, ਚਾਹੇ ਉਹ ਟਰੱਕਿੰਗ ਸੀ ਜਾਂ ਉਹ ਰੀਅਲ ਸਟੇਟ ਸੀ, ਇੱਕ ਦੂਜੇ ਵੱਲ ਦੇਖ ਕੇ ਘਰ ਲਏ ਆ। ਹੁਣ ਉਹਨਾਂ ਦੀ ਸਿਚੁਏਸ਼ਨ ਕੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਕੱਲ ਵੀ ਆਪਾਂ ਡਿਸਕਸ ਕੀਤਾ ਸੀ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਜਿਹੜੀ ਨਵੀਂ ਕਲਾਈਮੇਟ ਵਾਲੀ ਜਿਹੜੀ ਪਾਲਿਸੀ ਆ, US ਨੈਸ਼ਨਲ ਬਲੂਪ੍ਰਿੰਟ ਟਰਾਂਸਪੋਰਟੇਸ਼ਨ ਡੀਕਾਰਬੋਨਾਈਜੇਸ਼ਨ ਦਾ, ਉਹਦੇ ਮੁਤਾਬਕ ਉਹ ਇਹ ਕਹਿ ਰਹੇ ਆ ਵੀ 2050 ਤੱਕ ਆਪਾਂ ਨੂੰ ਟਰੱਕਾਂ ਤੋਂ ਪਰੇ ਜਾਣਾ ਪਊਗਾ, ਵੀ ਜਾਂ ਤਾਂ ਸਾਨੂੰ ਸ਼ਿਪ ਯੂਜ਼ ਕਰਨੇ ਪਊਗੇ ਮੈਰੀਟਾਈਮ, ਜਾਂ ਫਿਰ ਰੇਲ ਯੂਜ਼ ਕਰਨੀ ਪਊਗੀ। ਸੋ ਇਹ ਤੁਹਾਨੂੰ ਕਿੱਦਾਂ ਲੱਗਦਾ ਵੀ ਆਉਣ ਵਾਲੇ 30-35 ਸਾਲਾਂ ਤੋਂ ਬਾਅਦ ਟਰੱਕਿੰਗ ਦਾ ਜਾਂ ਟਰੱਕਿੰਗ ਦਾ ਉੱਤੇ ਕਿੰਨਾ ਕੁ ਜ਼ਿਆਦਾ ਇਹਦਾ ਅਸਰ ਪਊਗਾ? ਦੇਖੋ, ਇਹ ਤਾਂ ਲੌਂਗ ਟਰਮ ਚੀਜ਼ਾਂ ਹੈਗੀਆਂ। ਅਜੇ ਤਾਂ ਆਪਾਂ 2035 ਦੀ ਗੱਲ ਕਰ ਲਈਏ, ਜਿੱਥੇ ਆਪਾਂ ਸਾਰੇ ਕਹਿੰਦੇ ਜੀ ਆਪਾਂ ਇਲੈਕਟ੍ਰਿਕ ਟਰੱਕ ਜਿਹੜੇ ਆ ਰੋਡ ਤੇ ਜਾਣੇ ਆ। ਸੋ ਅਜੇ ਮੇਰੇ ਜ਼ੀਰੋ ਐਮਿਸ਼ਨ ਜਿਹੜੇ ਆ, ਜਾਂ ਕੋਈ ਵੀ ਟਰੱਕ ਹੈਗੇ ਜਿਹੜੇ ਉੱਥੇ ਜਾਣੇ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਲੌਂਗ ਟਰਮ ਪ੍ਰੋਸੈਸ ਹੈਗਾ ਆ। 35 ਸਾਲ ਦਾ ਅਜੇ ਕਹਾਣੀ ਜਿਹੜੀ ਆ, ਉਹ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਉਹਦੇ ਤੇ ਕੋਈ ਸ਼ਾਇਦ ਨਾ ਗੱਲ ਕਰ ਸਕਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ, ਕਿਸ ਤਰ੍ਹਾਂ ਇਹ ਚੀਜ਼ਾਂ ਹੋਣਗੀਆਂ। ਟਰੱਕਾਂ ਨੂੰ ਆਪਾਂ ਕਿੱਦਾਂ ਐਲੀਮੀਨੇਟ ਕਰ ਸਕਦੇ ਆ। 70% ਫਰੇਟ ਜਿਹੜਾ ਆ ਅਮਰੀਕਾ ਦੇ ਵਿੱਚ ਉਹ ਟਰੱਕਾਂ ਦੇ ਉੱਤੇ ਜਾਂਦਾ ਆ। ਜਾਂ ਡੈਫੀਨੇਟ ਜਿੱਦਾਂ ਦੀਆਂ ਚੇਂਜਸ ਆ ਰਹੀਆਂ ਹੈਗੀਆਂ, ਜਿੱਦਾਂ ਦੀ ਟੈਕਨੋਲੋਜੀ ਆ ਰਹੀ ਹੈਗੀ ਆ, ਹੋ ਸਕਦਾ ਵੀ ਸਮਾਨ ਜਾਂ ਹਵਾ ਦੇ ਵਿੱਚ ਹੀ ਆ ਜਾਵੇ, ਕਿੱਦਾਂ ਹੋ ਜਾਵੇ, ਇਹ ਤਾਂ ਚੀਜ਼ਾਂ ਹੁਣ ਇਹ ਤਾਂ ਫਿਊਚਰਿਸਟਿਕ ਦੀਆਂ ਗੱਲਾਂ ਹੈਗੀਆਂ। ਕੋਈ ਸੈਂਸ ਨਹੀਂ ਅਜੇ ਅੱਜ ਦੀ ਤਰੀਕ ਜਿਹੜੀ ਇਹਦੇ ਕੋਈ ਸੈਂਸ ਨਹੀਂ ਹੈਗੀ ਕਿ ਟਰੱਕਾਂ ਨੂੰ ਗੈਟ ਰਿਡ ਹੋ ਜਾਣਗੇ 35 ਸਾਲ ਬਾਅਦ, ਟਰੱਕ ਹੋਣਗੇ ਹੀ ਨਹੀਂ। ਤੇ ਸ਼ਿਪ ਕਿੱਦਾਂ ਲੈ ਕੇ ਜਾਊਗਾ? ਹੁਣ ਇੱਥੋਂ ਡੈਨਵਰ ਸਮਾਨ ਜਾਣਾ, ਸ਼ਿਪ ਕਿੱਦਾਂ ਚਲਾ ਜਾਊਗਾ? ਮੋਸਟਲੀ ਇਲੈਕਟ੍ਰਿਕ ਜਾਂ ਹੋਰ ਜ਼ੀਰੋ ਮਿਸ਼ਨ ਕਹਿੰਦੇ ਆ 2050 ਤੱਕ। ਇਲੈਕਟ੍ਰਿਕ ਜ਼ੀਰੋ ਮਿਸ਼ਨ ਜਿਹੜਾ ਆ ਉਹ ਦੇਖੋ ਆਊਗਾ,
ਇਲੈਕਟ੍ਰਿਕ ਦਾ ਤਾਂ ਜਿਹੜਾ ਹੈਗਾ ਉਹ ਤਾਂ ਆਪਾਂ ਨੂੰ ਵੀ ਪਤਾ। ਹੁਣ ਤੁਹਾਡੇ ਏਰੀਆ 'ਚ ਮੇਰੇ ਖਿਆਲ ਬਹੁਤ ਏਰੀਏ ਐਸੇ ਸੀਗੇ, ਮਤਲਬ ਕਿ ਕਹਿੰਦੇ 90,000 ਕਸਟਮਰ ਜਿਹੜਾ ਵਿਦਆਊਟ ਪਾਵਰ ਹੈਗਾ, ਤੇ ਉਹਨਾਂ ਦੇ ਘਰਾਂ 'ਚ ਇਲੈਕਟ੍ਰਿਕ ਕਾਰ ਹੋਈ, ਉਹ ਤੇ ਵਿਚਾਰੇ ਬਹਿ ਗਏ ਨਾ ਸਾਰੀ ਜਿਹੜੀ ਘਰੇ, ਕਿਉਂਕਿ ਉਹਨਾਂ ਦੇ ਬਿਜਲੀ ਨਹੀਂ ਆਈ 4 ਦਿਨ, ਕਾਰ ਕਿੱਥੇ, ਠੀਕ ਹੈ ਨਾ। ਅਲਟੀਮੇਟਲੀ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆ ਨਾ ਕਲਾਈਮੇਟ ਚੇਂਜ ਨੂੰ ਲੈ ਕੇ ਆ, ਜੋ ਕੁਝ ਪਿਛਲੇ 2 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ 'ਚ ਵਾਪਰਿਆ ਆ, ਨਾ ਤਾਂ ਕੋਈ ਅਮਰੀਕਾ ਦਾ ਮੈਟਰੋਲੋਜਿਸਟ ਜਾਂ ਕੋਈ ਸਾਇੰਟਿਸਟ ਐਕਸਪੈਕਟ ਕਰਦਾ ਸੀ ਵੀ ਆਹ ਕੁਛ ਹੋਊਗਾ, ਇੰਨੀ ਫਲੱਡਿੰਗ ਹੋਊਗੀ। ਸੋ ਕਲਾਈਮੇਟ ਚੇਂਜ ਇੰਨੀ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ ਆ। ਸੋ ਜੋ ਆਪਣਾ ਮੁਲਕ ਆ, ਸੁਪਰ ਪਾਵਰ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਸਟੈਂਡ ਜਿਹੜਾ ਇਹ ਲੈਣਾ ਹੀ ਪੈਣਾ ਆ। ਸੋ ਇਹ ਜਿਹੜੀ ਖਬਰ ਤਾਂ ਆਪਾਂ ਤਾਂ ਸਾਂਝੀ ਕੀਤੀ ਵੀ ਇਹਦੇ ਲਈ ਫੰਡਿੰਗ ਵਗੈਰਾ ਉਹ ਕਾਫੀ ਜਿਹੜੀ ਆ ਹੁਣ ਇਨਫਲੇਸ਼ਨ ਰਿਡਕਸ਼ਨ ਐਕਟ ਆ ਉਹਦੇ ਵਿੱਚ ਕਰ ਰਹੇ ਆ ਫਿਊਚਰ 'ਚ, ਤੇ ਨਾਲ ਦੀ ਨਾਲ ਇਹ ਆਪਣੇ ਆਪ ਜਿਹੜੇ ਜਿੰਨੇ ਸਾਡੇ ਸਰੋਤੇ ਸੁਣਦੇ ਆ ਉਹਨਾਂ ਨੂੰ ਚੇਤਾਵਨੀ ਵੀ ਆ। ਠੀਕ ਆ ਵੀ ਆਪਾਂ ਕੋਈ 35 ਸਾਲ ਦਾ ਆ ਜਾਂ 20 ਸਾਲ ਦਾ ਆ, 25 ਦਾ ਆ, 30 ਸਾਲ ਚਲਾ ਲੂ ਟਰੱਕ ਪਿਆ, ਵੀ ਗਾਹਾਂ ਜਿਹੜੀਆਂ ਤੁਹਾਡੀਆਂ ਫਿਊਚਰ ਜਨਰੇਸ਼ਨਸ ਆ, ਤੁਹਾਡੇ ਜਿਹੜੇ ਬੱਚੇ ਆ, ਉਹਨਾਂ ਨੂੰ ਤੁਸੀਂ ਵਧੀਆ ਐਜੂਕੇਸ਼ਨ ਦਿਓ, ਹੋਰ ਫੀਲਡ 'ਚ ਦਿਓ। ਸੋ ਕਿਉਂਕਿ ਲੌਂਗ ਰਨ ਦੇ ਵਿੱਚ ਇਹ ਜਿਹੜਾ ਇੰਡਸਟਰੀ ਆ ਇਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਹੈ। ਜੀ ਬਿਲਕੁਲ। ਜਿਹੜਾ ਜੀ ਇਹ ਤੁਸੀਂ ਵੀ ਜੇ ਸਰੋਤੇ ਉੱਦਾਂ ਚਲੋ ਆਪਣੇ ਵਿਚਾਰ ਸ਼ੇਅਰ ਕਰਨੇ ਆ, ਸਾਂਝੇ ਕਰਨੇ ਆ ਜਾਂ ਸਵਾਲ ਪੁੱਛਣਾ ਆ ਤਾਂ ਨੰਬਰ ਆ 408 272 5200 4082725200। ਟਰੈਕਿੰਗ ਤਾਂ ਰਹਿਣੀ ਆ ਜੀ। ਹੁਣ ਰੋਡਸ ਦੇ ਉੱਤੇ ਲਾਸਟ ਮਾਈਲ ਡਿਲੀਵਰੀ ਜਿਹਨੂੰ ਕਹਿੰਦੇ ਆ ਉਹ ਤਾਂ ਰਹੂਗੀ। ਹਾਂ, ਟਰੱਕਾਂ ਦੀ ਸ਼ੇਪ ਜਿਹੜੀ ਆ ਉਹ ਬਦਲ ਸਕਦੀ ਆ, ਜਿੱਦਾਂ ਕਿ ਆ ਵੀ ਇਲੈਕਟ੍ਰਿਕ ਹੋ ਸਕਦੇ ਆ ਜਾਂ ਕਿਹੜੇ ਹੋਣਗੇ, ਡੀਜ਼ਲ ਵਾਲੇ ਹੋਣਗੇ, ਕਿੱਦਾਂ ਹੋਊਗਾ ਇਹ ਨਹੀਂ ਆ। ਜੇ ਜਸਟ ਬਿਕੋਜ਼ ਵੀ ਉਹਨਾਂ ਨੇ ਬਲੂ ਪ੍ਰਿੰਟ 'ਚ ਲਿਖਤਾ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਹੋ ਹੀ ਜਾਣਾ ਆ। ਇਹ ਤਾਂ ਕਾਦੀਆਂ ਜਿਹੜੀਆਂ ਚੀਜ਼ਾਂ ਦਾ ਆਪਾਂ ਰੌਲਾ ਜਿਹੜਾ ਉਹ ਦੇਖਦੇ ਆ, ਤੇ ਇਹ ਪਰ ਇਹ ਆ ਵੀ ਆਪਾਂ ਨੂੰ ਸਮੇਂ ਦੇ ਨਾਲ ਨਾਲ ਜਿਹੜਾ ਆ ਉਹ ਬਦਲਣਾ ਪੈਣਾ ਆ, ਚੇਂਜ ਹੋਣਾ ਪੈਣਾ ਆ। ਜੇ ਟੈਕਨੋਲੋਜੀ ਚੇਂਜ ਹੋ ਰਹੀ ਹੈ ਤੇ ਆਪਾਂ ਨੂੰ ਵੀ ਜਿਹੜਾ ਉਸਦੇ ਹਿਸਾਬ ਦੇ ਨਾਲ ਜਿਹੜਾ ਉਹ ਚੇਂਜ ਹੋਣਾ ਪੈਣਾ। ਸੋ ਉਹ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਰੂਰ ਧਿਆਨ ਜਿਹੜਾ ਉਹ ਰੱਖਿਓ। 408 272 5200 4082725200 ਦੇ ਉੱਤੇ। ਤੇ ਬਿਲਕੁਲ ਰਾਜਨ, ਇੱਥੇ ਆਪਾਂ ਇੱਕ ਗੱਲ ਜ਼ਰੂਰ ਜਿਹੜੀ ਚੇਂਜ ਆ, ਚੇਂਜ ਦੇ ਉੱਤੇ ਗੱਲ ਕਰਦੀ ਜਾਈਏ ਕਿ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਜਿਹੜਾ ਹੈਗਾ ਉਹ ਹੁਣ ਪੂਰੇ ਤੌਰ ਤੇ ਸਸ਼ਕਤ ਹੋ ਚੁੱਕਾ ਆ, ਪੂਰੇ ਤੌਰ ਤੇ ਆਪਣਾ ਰੈਡੀ ਆ। ਸੋ ਇਹਦੇ ਵਿੱਚ ਅਜੇ ਤੱਕ 2020 ਜਨਵਰੀ 6 2020 ਨੂੰ ਸ਼ੁਰੂ ਹੋਇਆ ਸੀਗਾ ਇਹ, ਤੇ ਇਹਦੇ ਵਿੱਚ ਮੋਰ ਦੈਨ 3 ਮਿਲੀਅਨ ਡਰਾਈਵਰਸ, 3 ਮਿਲੀਅਨ ਡਰਾਈਵਰਸ ਤੇ 4,25,000 ਇੰਪਲੋਇਡ ਇਹਦੇ ਵਿੱਚ ਆਲਰੇਡੀ ਰਜਿਸਟਰਡ ਕਰ ਚੁੱਕੇ ਆ, ਇਨਕਲੂਡਿੰਗ 2,27,000 ਓਨਰ ਆਪਰੇਟਰ ਜਿਹੜੇ ਆ ਇਹਦੇ ਵਿੱਚ ਰਜਿਸਟਰਡ ਹੋ ਚੁੱਕੇ ਆ। ਤੇ ਇਹ ਜਿਹੜਾ ਕਲੀਅਰਿੰਗ ਹਾਊਸ ਹੈਗਾ ਇਹਦੇ ਵਿੱਚ 4.5 ਮਿਲੀਅਨ ਸੀਡੀਐਡ ਹੋਰ ਜਿਹੜੀਆਂ ਜਿਹੜੇ ਡਰਾਈਵਰ ਹੈਗੇ ਉਹਨਾਂ ਦੀਆਂ ਕੁਐਰੀਜ਼ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਇਹਦੇ ਵਿੱਚ, ਤੇ 1,72,000 ਡਰਾਈਵਰ ਜਿਹੜੇ ਆ ਉਹ ਸਾਈਟੇਸ਼ਨ ਜਾਂ ਵਾਇਲੇਸ਼ਨ ਇਹਦੇ ਵਿੱਚ ਉਹਨਾਂ ਦੇ ਖਿਲਾਫ ਦਰਜ ਹੋ ਚੁੱਕੀਆਂ। ਸੋ ਇਹਦੀ ਚੇਂਜ ਜਿਹੜੀ ਹੈਗੀ ਆ ਇਹ ਤੁਹਾਡੇ ਲਈ ਇਹ ਹੈਗੀ ਆ ਕਿ ਜੇ ਤੁਸੀਂ ਸੀਡੀਐਲ ਡਰਾਈਵਰ ਜਿਹੜਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਹੋਲਡਰ ਨੂੰ ਹਾਇਰ ਕਰਨਾ ਹੈਗਾ, ਤੇ ਜਨਵਰੀ 6 2023 ਤੋਂ ਬਾਅਦ ਤੁਹਾਨੂੰ ਜਿਹੜਾ ਇੱਕ ਐਪਲੀਕੇਸ਼ਨ ਤੇ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਹਾਨੂੰ ਜਿਹੜਾ ਪ੍ਰੋਸਪੈਕਟਿਵ EMPLOYEE ਹੈਗਾ ਡਰਾਈਵਰ ਰੱਖਣਾ ਹੈਗਾ, ਉਹਨੂੰ ਉਹਦੇ ਪ੍ਰੀਵੀਅਸ EMPLOYER ਕੋਲੋਂ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਦਾ ਡਰੱਗ ਐਂਡ ਅਲਕੋਹਲ ਦਾ ਰਿਪੋਰਟ ਮੰਗਾਉਣੀ ਪੈਂਦੀ ਸੀ ਕਿ ਤੇਰਾ ਡਰੱਗ ਕੋਈ ਪੋਜ਼ਿਟਿਵ ਤਾਂ ਨਹੀਂ ਆਇਆ, ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਜਿਹੜੀ ਕਿ ਬਹੁਤ ਵੱਡਾ ਇਸ਼ੂ ਸੀਗਾ ਇਹ ਪਹਿਲਾਂ, ਕਿਉਂਕਿ ਮਿਲਦੀਆਂ ਨਹੀਂ ਸੀ ਰਿਪੋਰਟਾਂ ਔਰ ਕਈ ਵਾਰੀ ਲੋਕੀ ਮਿਸ ਰਿਪੋਰਟਿੰਗ ਕਰ ਦਿੰਦੇ ਸੀਗੇ। ਸੋ ਹੁਣ ਜਿਹੜਾ ਆ ਹੁਣ ਤੁਹਾਨੂੰ 2023 ਜਨਵਰੀ 6 ਤੋਂ ਬਾਅਦ ਜਿਹੜੀ ਕੁਐਰੀ ਆ, ਜਿਹੜੀ ਤੁਸੀਂ ਆਨਲਾਈਨ ਜਾ ਕੇ ਕੁਐਰੀ ਪੁੱਲ ਕਰਨੀ ਆ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਤੇ ਜਾ ਕੇ, ਉਹ ਕੁਐਰੀ ਜਿਹੜੀ ਆ ਉਹ ਇਸ ਰਿਕੁਆਇਰਮੈਂਟ ਨੂੰ ਸੈਟਿਸਫਾਈ ਕਰਦੀ ਹੈ। ਤੁਹਾਨੂੰ ਹੁਣ ਲੋੜ ਨਹੀਂ ਕਿ ਪ੍ਰੀਵੀਅਸ EMPLOYER ਨੂੰ ਜਾ ਕੇ ਪੁੱਛਣ ਦੀ ਕਿ ਉਹਦੇ ਕੋਲੇ ਰੈਕਡ ਹੈਗਾ ਨਹੀਂ ਹੈਗਾ। ਹੁਣ ਜਿਹੜਾ ਕਲੀਨਿੰਗ ਹਾਊਸ ਹੈਗਾ ਉਹਦੇ ਵਿੱਚ ਜਿਹੜੀ ਤੁਸੀਂ ਕੁਐਰੀ ਪੁੱਲ ਕਰਦੇ ਆ, ਉਹ ਕੁਐਰੀ ਜਿਹੜੀ ਆ ਉਹਦੀ ਉਹ ਸੈਟਿਸਫਾਈ ਕਰਦੀ ਉਸ ਰਿਕੁਆਇਰਮੈਂਟ ਨੂੰ ਹੁਣ, ਕਿਉਂਕਿ 3 ਸਾਲ ਦਾ ਸਮਾਂ ਆਲਰੇਡੀ ਹੋ ਚੁੱਕਾ ਆ। ਪਲੱਸ ਇਹਦੇ ਨਾਲ ਜਿਹੜੀ ਬਿਗੇਸਟ ਥਿੰਗ ਹੈਗੀ ਆ ਕਿ ਜਿਹੜੀ ਕੁਐਰੀ ਹੈਗੀ ਆ ਉਹ ਤੁਹਾਡੇ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾਂ ਦੀ ਤਰੀਕ 'ਚ ਹੋਣੀ ਚਾਹੀਦੀ ਆ। ਕੁਐਰੀ ਜਿਹੜੀ ਹਾਂਜੀ ਕੁਐਰੀ ਪਹਿਲਾਂ ਦੀ ਡੇਟ 'ਚ ਹੋਣੀ ਚਾਹੀਦੀ ਆ। ਪਲੱਸ ਕੁਐਰੀ ਦੀ ਜਿਹੜੀ ਕੰਸੈਂਟ ਹੈਗੀ ਆ ਉਹ ਡਰਾਈਵਰ ਕੋਲੋਂ ਕੰਸੈਂਟ ਲਈ ਹੋਣੀ ਚਾਹੀਦੀ ਆ। ਸੋ ਇਹ ਜ਼ਰੂਰੀ ਪ੍ਰੋਸੈਸ ਹੈਗਾ। ਜੇ ਤੁਸੀਂ ਨਹੀਂ ਕਰਦੇ, ਕਿਉਂਕਿ ਅੱਗੇ ਤਾਂ ਪੈਨ ਪੇਪਰ ਨਾਲ ਤੇ ਗੱਲ ਹੁੰਦੀ ਸੀਗੀ ਤੇ ਅੱਗੇ ਪਿੱਛੇ ਹੋ ਜਾਂਦਾ ਸੀਗਾ, ਹੁਣ ਇਲੈਕਟ੍ਰੋਨਿਕ,
ਹੁਣ ਤੁਹਾਡੀਆਂ ਡੇਟਾਂ ਅੱਗੇ ਪਿੱਛੇ ਨਹੀਂ ਹੋਣੀਆਂ, ਜੇ ਤੁਸੀਂ ਜਦੋਂ ਵੀ ਜਾ ਕੇ ਪੁੱਲ ਕੀਤੀ ਉਦੋਂ ਹੀ ਸ਼ੋਅ ਕਰਨੀ ਆ। ਸੋ ਉਹ ਇੱਕ ਵੱਡਾ ਰੀਜ਼ਨ ਹੋ ਸਕਦਾ ਤੁਹਾਡੇ ਜਿਹੜਾ ਆਪਣਾ ਤੁਹਾਡਾ ਆਡਿਟ ਹੈਗਾ ਉਹਦੇ ਵਿੱਚ ਫੇਲ ਹੋਣ ਦਾ। ਜੀ ਜੀ, ਆਪਣੇ ਨਾਲ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਦੇ ਵੀ ਕਾਲ ਜਿਹੜੀਆਂ ਲੈਂਦੇ। ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਕੋਈ ਸਵਾਲ ਪੁੱਛਣਾ ਹੈ, ਵਿਚਾਰ ਦੇਣੇ ਆ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200। ਪਾਲ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਜੀ ਨੂੰ, ਰਮਨ ਜੀ ਸਾਲ ਕੁ ਪਹਿਲਾਂ ਗੱਲ ਹੋਈ ਸੀ ਆਪਣੀ, ਉਹ ਤੁਹਾਡਾ ਜੌਬ ਫੇਅਰ ਲੱਗ ਰਿਹਾ ਸੀ, ਉਦੋਂ ਇੱਕ ਮੈਸੇਜ ਸੀਗਾ ਤੁਹਾਡੇ ਲਈ ਵੀ ਜਿਹੜਾ ਡੈਫ ਵਾਲੀ ਟੈਕਨੋਲੋਜੀ ਹੈ ਇਹਨੂੰ ਜੇ ਆਪਾਂ ਕਿਸੇ ਤਰ੍ਹਾਂ ਗੈਟ ਰੈਡ ਕਰ ਸਕੀਏ ਭਾਜੀ। ਇੱਕ ਤਾਂ ਮੈਂ 2014 ਦਾ ਵੋਲਵੋ 4 ਸਾਲ ਦੇ ਵਿੱਚ ਮੇਰੇ ਖਿਆਲ $40,000 ਤੋਂ $50,000 ਮੈਂ ਇਹਦੇ ਤੇ ਲਾ ਚੁੱਕਿਆ। ਯੂ ਨੇਮ ਇਟ, ਮੈਂ ਤਾਂ ਕਿਹੜਾ ਪਾਰਟ ਚੇਂਜ ਨਹੀਂ ਕੀਤਾ ਜੀ। SCR, ਇਹਦੇ ਡੋਜ਼ੀਅਰ ਵਾਲਵ, ਇਹਦਾ ਟੈਂਕ, ਇਹਦੀਆਂ ਹੌਜ਼ ਸਾਰੀਆਂ, ਇਹਦੇ ਇਨਲੈਟ ਆਊਟਲੈਟ, ਈਵਨ ਕਿ ਡੈਫ ਜਿਹੜਾ ਫਲੂਇਡ ਹੈ ਜੀ ਉਹ ਮੈਂ ਕਦੀ ਵੀ ਪੰਪ ਤੋਂ ਨਹੀਂ ਪਾਇਆ, ਮੈਂ ਗੈਲਨਾਂ ਲੈ ਕੇ ਪਾਉਣਾ, ਚਾਹੇ ਉਹ ਮਹਿੰਗਾ ਪੈਂਦਾ, ਬਟ ਜਸਟ ਟੂ ਕੀਪ ਇਟ ਰਨਿੰਗ ਵੈਰੀ ਵੈਲ। ਲੇਕਿਨ ਉਹ ਅਜੇ ਤੱਕ ਵੀ ਭਾਜੀ ਪੈਰ ਨਹੀਂ ਲੱਗ ਰਹੇ। ਡੈਫ ਨੇ ਤਾਂ ਪੰਜਾਬੀ ਚ ਕਹਿੰਦੇ ਜੀ ਭਾਂਡੇ ਵਗਾਉਣ ਵਾਲਾ ਕੰਮ ਕੀਤਾ ਹੋਇਆ ਨਾ। ਇਹਦੇ ਨਾਲੋਂ DPF ਵਾਲੀ ਟੈਕਨੋਲੋਜੀ ਪਹਿਲਾਂ ਮੱਚ ਬੈਟਰ ਸੀ। ਐਟਲੀਸਟ ਸਾਨੂੰ ਉਹੀ DPF ਵਾਲੀ ਲਵਾ ਦਿਓ। US ਦੇ ਵਿੱਚੋਂ ਇਹ ਕਿੱਕਨ ਹੋਣਾ ਭਾਜੀ ਸਿਸਟਮ। ਕੈਨੇਡਾ ਦੇ ਵਿੱਚ ਕੋਈ ਨਹੀਂ ਸੁਣਦਾ, ਕੋਈ ਨਹੀਂ ਇਹਦੀ ਗੱਲ ਮੰਨਦਾ, ਕਿਉਂਕਿ ਇਹ ਸਾਰਾ US ਤੋਂ ਹੀ ਰਨਿੰਗ ਹੁੰਦਾ, ਸਾਰਾ ਇਹਦਾ ਬੈਕ ਬਿਹਾਈਂਡ ਦਾ ਕਰਟਨ ਸਾਰਾ US ਤੋਂ ਚੱਲਦਾ। ਤੁਹਾਡੀ ਸਰਕਾਰੀ ਦਰਬਾਰੇ ਭਾਜੀ ਬੜੀ ਚੱਲਦੀ ਹੈ ਪਹੁੰਚ ਹੈ ਵੀ ਇਹਨੂੰ ਕਿਸੇ ਤਰ੍ਹਾਂ DPF ਤੋਂ ਸਾਨੂੰ ਗੈਟ ਰੈਡ ਕਰਾਓ, ਨਹੀਂ ਤਾਂ ਇਹ ਬਹੁਤ ਖਰਾਬ ਕਰਦਾ। ਹੋਰ ਕੋਈ ਇਹ 'ਚ ਨੁਕਸ ਨਹੀਂ ਹੈ ਭਾਜੀ। ਬਾਕੀ ਤਾਂ ਚਲੋ ਟਰਾਂਸਮਿਸ਼ਨ ਹੋ ਗਿਆ, ਮੋਟਰ ਹੋ ਗਈ, ਲੇਕਿਨ ਜਿਹੜਾ ਡੈਫ ਵਾਲਾ ਇਹਨੇ ਬਹੁਤ ਸਾਡਾ ਨੁਕਸਾਨ ਕੀਤਾ। ਬਾਤਾ ਤੁਸੀਂ ਸਿੱਧਾ ਕਹੋ ਹਨਾ, ਮਤਲਬ ਇਹ ਗੱਲ ਆ। ਹਾਂ ਚਲੋ ਇਹਦਾ ਪਲੀਜ਼ ਭਾਜੀ ਕਿਸੇ ਤਰ੍ਹਾਂ ਇਹਨੂੰ ਗੈਟ ਰੈਡ ਕਰਾਓ। ਰਮਨ ਜੀ ਕਰੋ ਜੀ ਕੁਛ ਡੈਫ ਦਾ। ਹੁਣ ਸਰਕਾਰੀ ਦਰਬਾਰੇ ਰਮਨ ਭਾਜੀ ਹੁਣੀ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲ ਕੇ ਆਏ ਸੀ ਤੇ ਉਹਨਾਂ ਦੀ ਤਾਂ ਖੁਦ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋਣ ਲੱਗੀ ਆ ਕਲਾਸੀਫਾਈਡ ਡਾਕੂਮੈਂਟਸ ਦੇ ਸੰਬੰਧ ਵਿੱਚ। ਦੇਖਿਆ ਸੀ ਤਾਂ ਹੀ ਕਿਹਾ ਸੀ ਅਸੀਂ ਵੀ ਸਰਕਾਰੀ ਦਰਬਾਰੇ ਚੱਲਦੇ। ਜੀ ਰਮਨ ਜੀ ਬਿਲਕੁਲ ਜੀ, ਇਹ ਚੀਜ਼ ਤਾਂ ਬਹੁਤ ਡੈਫੀਨੇਟਲੀ ਬਹੁਤ ਕੰਪਲੇਂਟ ਹੈਗੀ ਆ, ਔਰ ਕਾਫੀ ਵਾਰੀ ਜਦੋਂ ਮੌਕਾ ਮਿਲਦਾ ਹੈ ਕੰਪਲੇਂਟ ਜਿਹੜੀ ਉੱਥੇ ਦੱਸੀ ਦੀ ਆ, ਕਹੀ ਦੀ ਆ। ਪਰ ਜਿਹੜੀ ਸਿਚੁਏਸ਼ਨ ਹੈਗੀ ਆ ਕਿ ਲੌਬੀ ਇਹਦੇ ਪਿੱਛੇ ਬਹੁਤ ਵੱਡੀ ਹੈਗੀ ਆ। ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਹੈਗੀਆਂ, ਜਿਵੇਂ ਕਿ ਹੁਣ ਅੱਗੇ ਵੀ ਜਿਹੜੇ ਇਲੈਕਟ੍ਰਿਕ ਟਰੱਕੀਆਂ, ਹਾਈਡਰੋਜਨ ਟਰੱਕੀਆਂ ਕੋਈ ਵੀ ਆ ਰਹੇ ਹੈਗੇ, ਉਹਨਾਂ ਦੇ ਪਿੱਛੇ ਤੁਸੀਂ ਇਸ ਵੇਲੇ ਦੇਖ ਲਓ ਪਿਛਲੇ 5 ਸਾਲਾਂ ਦੇ ਵਿੱਚ ਇੰਨੀ ਬਿਗੇਸਟ ਲੌਬੀ ਬਣ ਗਈ ਆ। ਜਿਵੇਂ ਕਿ ਮੈਂ ਰੀਸੈਂਟਲੀ ਮੈਂ ਬਹੁਤ ਆਪਣੇ ਜਿਹੜੇ ਇਸ ਵੇਲੇ ਕਾਫੀ ਵੱਡੇ IT ਦੇ ਵਿੱਚ ਕਹਿ ਲਓ ਵੀ ਆਪਣਾ ਮੇਨ ਹੀ ਹੈਗੇ ਆ ਗੂਗਲ, ਤੇ ਉਹ ਮਤਲਬ ਕਿ ਅਸੀਂ ਇਹ ਦੇਖ ਰਹੇ ਕਿ ਇਹਨਾਂ ਮਤਲਬ ਹਰ ਇੱਕ ਬੰਦਾ ਜਿਹੜਾ ਆ ਉਹ ਇਸ ਵੇਲੇ ਟਰੱਕਿੰਗ ਦੇ ਵਿੱਚ ਐਂਟਰ ਕਰਨ ਦੀ ਟਰਾਈ ਕਰ ਰਿਹਾ ਹੈਗਾ, ਟਰੱਕਿੰਗ ਅਰੀਨਾ ਦੇ ਵਿੱਚ। ਇਹ ਟਰੱਕਿੰਗ ਇੰਡਸਟਰੀ ਬਹੁਤ ਨਿਗਲੈਕਟਡ ਸੀਗੀ, ਬਹੁਤ ਦੇਰ ਤੱਕ ਟੈਕਨੋਲੋਜੀ ਕੰਪਨੀਆਂ ਨੇ ਨਿਗਲੈਕਟ ਕਰੀ ਰੱਖਿਆ। ਪਰ ਹੁਣ ਇਸ ਵੇਲੇ ਇਹ ਟਾਰਗੇਟ ਹੈਗੀ ਆ, ਹਰ ਇੱਕ ਟੈਕਨੋਲੋਜੀ ਵਾਲਾ ਜਿਹੜਾ ਬੰਦਾ ਹੈਗਾ ਉਹ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਵੱਡੀਆਂ ਫਰਮਾਂ ਜਿਹੜੀਆਂ ਇਸ ਵੇਲੇ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਔਰ ਇਹ ਸਾਰੀਆਂ ਜਿਹੜੀਆਂ ਫਰਮਸ ਹੈਗੀਆਂ ਦੇ ਗਾਟ ਅ ਬਿਗ ਮਨੀ, ਇਹਨਾਂ ਦੀ ਲੌਬੀ ਬਹੁਤ ਵੱਡੀ ਆ। ਉੱਥੇ ਜਿਹੜੇ ਪੋਲੀਟੀਸ਼ੀਅਨਸ ਬੈਠੇ ਆ, ਉੱਥੇ ਜਿਹੜੇ ਲਾਅ ਮੇਕਰਸ ਬੈਠੇ ਆ, ਉਹਨਾਂ ਨੂੰ ਇਹ ਮੈਨੀਪੂਲੇਟ ਜਿਹੜਾ ਆ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਣੇ ਕਹਿਣ ਸੁਣਨ ਦੇ ਨਾਲ ਜੀ ਚੇਂਜ ਹੁੰਦੀਆਂ ਹੁੰਦੀਆਂ। ਆਈ ਵਿਸ਼ ਆਈ ਕੈਨ ਡੂ ਇਟ, ਮਤਲਬ ਕਿ ਇਹ ਤਾਂ ਮਤਲਬ ਕਿ ਤੁਸੀਂ ਤੁਹਾਡੇ ਕਹਿਣ ਦੀ ਵੀ ਲੋੜ ਨਹੀਂ, ਅਸੀਂ ਬਹੁਤ ਵਾਰੀ ਇਹ ਗੱਲ ਉੱਥੇ ਪਹੁੰਚਾਈ ਆ, ਕੀਤੀ ਆ। ਪਰ ਅਨਫੋਰਚੁਨੇਟਲੀ ਜਿਹੜੀ ਲੌਬਿਸਟ ਆ ਉਹ ਇੰਨਾ ਜ਼ਿਆਦਾ ਪਾਵਰਫੁਲ ਹੈਗਾ, ਲੌਬੀ ਇੰਨੀ ਪਾਵਰਫੁਲ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਲਾਅ ਮੇਕਰ ਦੇ ਕੰਨਾਂ ਦੇ ਵਿੱਚ ਇੰਪੈਕਟ ਕਰਨੀਆਂ ਜਾਂ ਅੱਗੇ ਲਾਅਸ 'ਚ ਆਉਣੀਆਂ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਲਾਅਸ ਦੇ ਵਿੱਚ ਨਾ ਜਦੋਂ ਲਾਅ ਬਣਦੇ ਆ ਉਦੋਂ ਸਾਡੀ ਉਹਦੇ ਵਿੱਚ ਭੂਮਿਕਾ ਹੋਣੀ ਚਾਹੀਦੀ ਹੈ, ਉਹਦੇ 'ਚ ਸਾਡਾ ਜਿਹੜਾ ਇਨਵੋਲਵਮੈਂਟ ਹੋਣੀ ਚਾਹੀਦੀ ਆ ਜਦੋਂ ਬਣਦੇ ਆ। ਤੇ ਜੇ ਉਹਦੇ ਵਿੱਚ ਪਬਲਿਕ ਜਿਹੜੀ ਆ ਸਟਰੋਂਗਲੀ ਖੜੀ ਹੋ ਕੇ ਕੋਈ ਵੀ ਗੱਲ ਕਰਦੀ ਹੈ ਨਾ, ਤੇ ਫਿਰ ਕੋਈ ਵੀ ਲੌਬਿਸਟ ਉੱਥੇ ਕੰਮ ਨਹੀਂ ਕਰ ਪਾਉਂਦਾ। ਸੋ ਇਸ ਕਰਕੇ ਜਿਹੜਾ ਲਾਅ ਦੀ ਜਦੋਂ ਕੋਈ ਬਣਦਾ ਆ, ਜਦੋਂ ਇਹਦੀ ਗੱਲਬਾਤ ਸ਼ੁਰੂ ਹੁੰਦੀ ਆ, ਮੀਟਿੰਗਸ ਹੁੰਦੀਆਂ, ਉਹ ਜ਼ਰੂਰੀ ਹੁੰਦੀਆਂ ਅਟੈਂਡ ਕਰਨੀਆਂ। ਅਲਟੀਮੇਟਲੀ ਇਹ ਆ ਜਿਹੜਾ ਸਮਾਲ ਬਿਜ਼ਨਸ ਆ ਉਹ ਬਹੁਤ ਹਰਟ ਹੋ ਰਿਹਾ। ਥੈਂਕ ਯੂ ਭਾਜੀ, ਪਲੀਜ਼ ਕੋਸ਼ਿਸ਼ ਜਾਰੀ ਰੱਖੋ ਜੀ। ਜੀ ਜ਼ਰੂਰ ਜੀ। ਹੁਣ ਇੱਕ ਟਰੱਕ ਵਾਲਾ ਵਿਚਾਰਾ ਬੰਦਾ ਕੀ ਕਰੇ, ਪਹਿਲਾਂ ਤਾਂ ਕੰਮ ਕਰੇ, ਪੇਪਰ ਵਰਕ ਰੱਖੇ, ਕੀ ਕਰੇ, ਹਨਾ। ਸੋ ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਕੋਲ ਸਾਰੀਆਂ ਜਿਹੜੀ ਲੌਬੀ ਉਹ ਕਰਨ ਲਈ, ਵਕੀਲ ਹਾਇਰ ਕਰਨ ਲਈ ਵੀ ਪੈਸੇ ਆ, ਸਾਰਾ ਕੁਛ ਹੈਗਾ। ਸੋ ਇਸੇ ਕਰਕੇ ਇੱਕ ਟਾਈਮ ਤੇ ਅਮਰੀਕਾ 'ਚ ਕਹਿੰਦੇ 80% ਜਿਹੜੇ ਸਮਾਲ ਬਿਜ਼ਨਸ ਉਹ ਸਭ ਤੋਂ ਵੱਧ ਇੰਪਲਾਈ ਕਰਦੇ ਆ। ਸੋ ਆਪਾਂ ਨੂੰ ਐਕਟ ਕਰਨਾ ਚਾਹੀਦਾ ਹੈ ਜ਼ਰੂਰ।
ਕਈ ਵਾਰੀ ਕੀ ਹੁੰਦਾ 1-2 ਦਿਨ ਕਿਤੇ ਛੁੱਟੀ ਵੀ ਲੈ ਲਈਏ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਹਮੇਸ਼ਾ ਰੇਡੀਓ ਤੇ ਬਹੁਤ ਰੌਲਾ ਪਾਉਂਦੇ ਹੈਗੇ ਆ ਜਦੋਂ ਪ੍ਰੋਟੈਸਟ ਹੁੰਦਾ ਕਿਤੇ ਸਾਈਨ ਕਰਨੇ ਆ, ਤੇ ਪਰ ਫਿਰ ਆਪਾਂ ਉਸ ਟਾਈਮ ਤੇ ਬਹੁਤੇ ਐਕਟ ਨਹੀਂ ਕਰਦੇ। ਰਮਨ ਜੀ ਇੱਥੇ ਇੱਕ ਚੀਜ਼ ਜਿਹੜੀ ਦੱਸੀ ਜਾਵੇ, ਕਿਉਂਕਿ ਕਈ ਟਰੱਕਰਸ ਦੀ ਇਹ ਸ਼ਿਕਾਇਤ ਆ ਵੀ ਡੈਫ ਨੂੰ ਕਰਕੇ ਅੱਗ ਵੀ ਲੱਗ ਜਾਂਦੀ ਆ ਟਰੱਕਾਂ ਨੂੰ, ਇੱਕ ਸੇਫਟੀ ਇਸ਼ੂ ਵੀ ਜਿਹੜਾ ਕਿਤੇ ਨਾ ਕਿਤੇ ਉਹ ਉਠਾਉਂਦੇ ਰਹੇ ਆ। ਕੀ ਕਦੀ ਕੋਈ ਸਰਕਾਰ ਨੇ ਆંકੜਾ ਜਾਰੀ ਕੀਤਾ ਵੀ ਉਹਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਹੋਵੇ ਵੀ ਹਾਂ ਵੀ ਨਹੀਂ ਜਿਹੜੀ ਟਰੱਕ ਨੂੰ ਅੱਗ ਲੱਗਣ ਦਾ ਕਾਰਨ ਜਿਹੜਾ ਇਹ ਡੈਫ ਰਿਹਾ ਹੈ? ਅਜੇ ਤੱਕ ਇਤਨਾ ਕੋਈ ਆਪਾਂ ਕੋਲ ਹੈ ਨਹੀਂ, ਡਾਟਾ ਨਹੀਂ ਹੈਗਾ, ਪਰ ਲੇਕਿਨ ਯੂਜ਼ਲੀ ਜਿਹੜੇ ਡਾਟਾਬੇਸਿਸ ਹੈਗੇ ਆ, ਜਿੰਨੇ ਕੁ ਡਾਟਾਬੇਸਿਸ ਅਵੇਲੇਬਲ ਹੈਗੇ ਆ, ਮੇਰੇ ਖਿਆਲ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਦਾ ਡਾਟਾਬੇਸ ਅਜੇ ਹੈਗਾ ਜਾਂ ਬਣਾਇਆ ਗਿਆ। ਕਿਉਂਕਿ ਇਹ ਚੀਜ਼ ਜਦੋਂ ਲਾਸਟ ਮੰਥ ਕੈਨੇਡਾ ਗਿਆ ਸੀਗਾ, ਉਦੋਂ ਉੱਥੇ ਜਿਹੜੀ ਆਪਣੀ UTA ਹੈਗੀ ਆ ਉਹਨਾਂ ਦੇ ਨਾਲ ਵੀ ਇਸ ਮਸਲੇ ਤੇ ਗੱਲ ਹੋਈ ਸੀ, ਔਰ ਉਹਨਾਂ ਨੇ ਵੀ ਕਾਫੀ ਗੰਭੀਰਤਾ ਨਾਲ ਇਹਦੇ ਉੱਤੇ ਗੱਲ ਕਰਨੀ ਸ਼ੁਰੂ ਕੀਤੀ ਸੀਗੀ ਆਪਣੇ ਪੋਲੀਟੀਸ਼ੀਅਨਸ ਨਾਲ ਉੱਧਰ ਵੀ। ਕਿਉਂਕਿ ਇਹ ਚੀਜ਼ ਜਿਹੜੀ ਸਮੱਸਿਆ ਜਿਹੜੀ ਆ ਇਹ ਅਸੀਂ, ਕਿਉਂਕਿ ਡੈਫਲਾ ਇੱਦਾਂ ਦਾ ਕਿ ਜਿਹੜਾ ਥੱਲੇ ਤੁਹਾਡੇ ਕੈਬ ਦੇ ਥੱਲੇ ਜਿਹੜਾ ਸਿਸਟਮ ਲੱਗਾ ਹੈਗਾ ਉਹ 1000 ਡਿਗਰੀ ਦੇ ਉੱਤੇ ਬਰਨ ਕਰਦਾ ਆ ਗੈਸਿਸ ਨੂੰ, ਇਸ ਕਰਕੇ ਉਹ ਕਾਈਂਡ ਆਫ ਲਾਈਕ ਥੱਲੇ ਭੱਠੀ ਆ, ਪੂਰੀ ਮਗੜੀ ਆ ਉਹਦੇ ਥੱਲੇ ਕੈਬ ਦੇ ਥੱਲੇ। ਸੋ ਨਾਲ ਉਹਦੇ ਡੀਜ਼ਲ ਹੈਗਾ, ਸੋ ਦੋਨੋਂ ਚੀਜ਼ਾਂ ਜਿਹੜੀਆਂ ਉਹ ਲੀਥਲ ਹੈਗੀਆਂ ਅੱਗ ਫੜਨ ਦੇ ਲਈ। ਸੋ ਇਸ ਕਰਕੇ ਇਹ ਜਿਹੜੀ ਇਹ ਸੈਟਅਪ ਹੈ ਨਾ, ਜਿਹੜਾ ਜਦੋਂ ਬਣਿਆ ਆ ਸੈਟਅਪ 2008, 9, 10, 11 ਤੱਕ ਆਏ ਸੀਗੇ, ਉਹ ਬਹੁਤ ਜ਼ਿਆਦਾ ਖਰਾਬ ਸੀਗੇ। ਡੈਫ ਦਾ pretty much ਲੋਕਾਂ ਦੇ ਉੱਤੇ ਟਰਾਈ ਕੀਤੇ ਗਏ ਟਰੱਕਾਂ ਨੂੰ, ਹਨਾ, ਜਿਹੜੀ ਟੈਕਨੋਲੋਜੀ ਆਈ ਆ ਇਹਦੇ ਬਾਰੇ ਗੱਲ ਤਾਂ ਹੁੰਦੀ ਆ, ਪਰ ਡੈਫੀਨੇਟਲੀ ਅਜੇ ਉਨੀ ਕਹਿ ਲਓ ਵੀ ਜੋਰ ਸ਼ੋਰ ਦੇ ਨਾਲ ਇਹਦੇ ਉੱਤੇ ਗੱਲ ਨਹੀਂ ਹੋਈ ਹੈਗੀ। ਪਰ ਹੁਣ ਕਿਉਂਕਿ ਅੱਗੇ ਟੈਕਨੋਲੋਜੀ ਆਲਮੋਸਟ ਰੈਡੀ ਟੂ ਚੇਂਜ ਅਗੇਨ ਹੈਗੀ ਆ, ਹਨਾ, ਹੁਣ ਇਲੈਕਟ੍ਰਿਕ ਜਾਂ ਹਾਈਡ੍ਰੋਜਨ ਬਦਲਾਵ ਹੋ ਜਾਣਾ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਥੋੜਾ ਧਿਆਨ ਵੀ ਉਹਨਾਂ ਦਾ ਇੱਧਰਲੇ ਬੰਦੇ ਨੂੰ ਘੱਟ ਹੈ, ਕਿਉਂਕਿ ਮੈਨੂਫੈਕਚਰ ਜਿਹੜਾ ਹੈਗਾ, ਮੈਨੂਫੈਕਚਰ ਦਾ ਇਸ ਵੇਲੇ ਦਿਮਾਗ ਲੱਗਾ ਪਿਆ ਵੀ ਉਹਨੇ ਨੈਕਸਟ ਜਿਹੜਾ ਇੰਜਣ ਆ ਉਹ ਬਣਾਉਣਾ ਆ, ਔਰ ਉਹਨਾਂ ਦਾ ਇਸ ਵੇਲੇ ਉਹ ਸਾਰਾ ਜਿਹੜਾ ਫੋਕਸ ਹੈਗਾ ਉੱਥੇ ਹੈਗਾ। ਔਰ ਮੈਨੂਫੈਕਚਰ ਵੀ ਜਿਹੜਾ ਨਾ ਇਸ ਵੇਲੇ, ਕਿਉਂਕਿ ਮੈਨੂਫੈਕਚਰ ਵੀ ਪੂਰੀ ਜ਼ੋਰ ਸ਼ੋਰ ਦੇ ਨਾਲ ਆਪਣੀ ਜਿਹੜੀ ਆ ਮੈਨੂਫੈਕਚਰਿੰਗ ਨਹੀਂ ਕਰ ਰਿਹਾ, ਕਿਉਂਕਿ ਉਹਨੂੰ ਪਤਾ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ 'ਚ ਕਦੋਂ ਕਿੱਦਾਂ ਕੀ ਚੇਂਜਸ ਆ ਜਾਣਗੇ। ਜੀ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਤੇ ਇਸ ਦੇ ਉੱਤੇ ਮੈਂ 1-2 ਗੱਲਾਂ ਹੋਰ ਆਪਾਂ ਜਿਹੜੀਆਂ ਉਹ ਕਰਾਂਗੇ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਜੀ ਐਰੀਜ਼ੋਨਾ ਦੇ ਵਿੱਚ ਵਿੰਸਲੋ ਪੈਂਦਾ ਆ, ਆਪਣਾ ਬਿਟਵੀਨ 244 ਤੋਂ ਲੈ ਕੇ 245 ਐਗਜ਼ਿਟ ਦੇ ਵਿੱਚ। ਉਸ ਤੋਂ ਪਿੱਛੇ ਮੇਰਾ ਨਾ ਟਾਇਰ ਫਲੈਟ ਹੋ ਗਿਆ ਸੀ, ਤੇ ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਨਹੀਂ ਸੂਤ ਆਇਆ, ਤੇ ਉੱਥੇ ਜਾ ਕੇ ਮੈਂ ਫਲਾਈਂਗ ਦੇ ਪੈਂਦਾ 255 ਤੇ ਉਹ ਗੁੱਡ ਟਾਇਰ ਵਾਲੇ ਆਓ, ਹਨਾ। ਮੈਂ ਉਹਨਾਂ ਨੂੰ ਕਿਹਾ ਵੀ ਏਦਾਂ ਮੇਰਾ ਇਹ ਹੋ ਗਿਆ। ਉਹ ਕਹਿੰਦਾ ਵੀ ਤੂੰ ਆਪ ਫਿਕਸ ਕੀਤਾ ਸੀ, ਜੋ ਵੀ ਮੈਨੂੰ ਸਾਰੀ ਕਹਾਣੀ ਦੱਸੀ। ਉਹ ਕਹਿੰਦਾ ਵੀ ਜੇ ਤੂੰ ਆਪ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਆ, ਫਿਰ ਅਸੀਂ ਟਾਇਰ ਨਵਾਂ ਪਾਵਾਂਗੇ, ਤੈਨੂੰ ਅਸੀਂ ਟਾਇਰ ਫਿਕਸ ਨਹੀਂ ਕਰਨਾ। ਹਾਲੇ ਮੇਰਾ ਨਵਾਂ ਟਾਇਰ ਪਿਆ, ਛੋਟਾ ਜਿਹਾ ਬਰੀਕ ਜਿਹਾ ਨੇਲ ਵੱਜਾ ਉਹਦੇ 'ਚ। ਮੈਂ ਉਹਨੂੰ ਕਿਹਾ ਵੀ ਕੀ ਕਰਦੇ, ਮੇਰਾ ਆਪਣਾ ਵਿੰਸਲੋ ਫਲਾਈਂਗ ਜੇ ਤੇ 255 ਐਗਜ਼ਿਟ ਤੇ। ਨਹੀਂ, ਟਾਇਰ ਕਿਹੜਾ ਸੀਗਾ ਤੁਹਾਡਾ? ਟਾਇਰ ਮੇਰਾ ਟਰਾਲੇ ਦਾ ਸੀਗਾ ਜੀ, ਨਵਾਂ ਟਾਇਰ। ਇੱਕ ਛੋਟੀ ਜਿਹੀ ਨੇਲ ਵੱਜੀ, ਮੈਂ ਉਹਨੂੰ ਠੀਕ ਕੀਤਾ, ਉਹ ਨਹੀਂ ਸੈੱਟ ਬੈਠਾ। ਉਹ ਕਹਿੰਦਾ ਵੀ ਜੇ ਹੁਣ ਤੂੰ ਸੈੱਟ ਕੀਤਾ ਸੀ ਉਹਨੂੰ ਹੱਥ ਨਹੀਂ ਲਾਉਣਾ, ਨਵਾਂ ਟਾਇਰ ਪਵਾ ਲਾ। ਮੈਂ ਉਹਨੂੰ ਕਿਹਾ ਵੀ ਤੂੰ ਇਹਨੂੰ ਠੀਕ ਕਰ ਦੇ, ਜੋ ਵੀ ਖਰਾਬ ਹੋਊਗਾ ਮੇਰੀ ਰਿਸਪੌਂਸਿਬਿਲਿਟੀ ਹੋਊਗੀ, ਮੈਂ ਤੈਨੂੰ ਤੇਰਾ ਪੇ ਕਰ ਦੇਣਾ। ਉਹ ਕਹਿੰਦਾ ਨਾ, ਟਾਇਰ ਪਾਉਣਾ ਤੇ ਨਵਾਂ ਪਵਾ। ਚੱਲ ਮੈਂ ਉੱਥੇ ਗੂਗਲ ਗਾਗਲ ਕੀਤੇ, ਹੋਰ ਲੱਭੇ ਨੇੜੇ ਤੇੜੇ। ਇੱਕ ਹੋਰ ਲੱਭਿਆ, ਉਹ ਕਹਿੰਦਾ ਵੀ ਜੇ ਤਾਂ ਤੂੰ ਸਵੇਰੇ ਆਏਗਾ ਮੈਂ $65 ਲਊਂਗਾ। ਮੈਂ ਸ਼ਾਮ ਹੋ ਗਈ ਸੀ ਮੈਨੂੰ, ਤੇ ਜੇ ਤੂੰ ਹੁਣ ਮੇਰੇ ਤੋਂ ਠੀਕ ਕਰਾਏਗਾ ਫਿਰ ਮੈਂ $260 ਲਊਂਗਾ ਪੈਂਚਰ ਲਾਉਣ ਦੇ। ਮੈਂ ਕਿਹਾ ਵੀ ਏਦਾਂ ਕਰ। ਤੋਂ ਕਹਿੰਦਾ ਦੈਟਸ ਹਾਊ ਵੀ ਚਾਰਜ ਫॉर आवर ਸਰਵਿਸਿਜ਼। ਚਲੋ ਉੱਥੋਂ ਮੈਂ ਨਿਕਲ ਗਿਆ। ਉੱਥੋਂ ਮੈਂ ਇੱਕ ਵਾਰ ਨਾ ਪਹਿਲਾਂ ਵੀ ਸ਼ੌਪ ਤੇ ਗਿਆ ਸੀ। ਮੇਰੇ ਭਰਾ ਜਿਹੜਾ ਵੀ ਉੱਥੇ ਕੋਈ ਨੇੜੇ ਤੇੜੇ ਜਾਂਦਾ ਤੇ ਟਾਇਰ ਫਲੈਟ ਹੋ ਜਾਵੇ, ਆਪਣਾ ਸ਼ੌਪ ਦਾ ਨਾਮ ਤੇ ਐਡਰੈਸ ਨੋਟ ਕਰ ਲਓ, ਜਾਇਜ਼ ਪੈਸੇ ਲੈਂਦਾ। ਉਹਨੇ ਮੇਰਾ 77 ਦੇ ਵਿੱਚ ਆਪਣਾ ਪਾਊਚ ਲਾ ਦਿੱਤਾ। ਹਰਵਿੰਦਰ, ਇਹ ਜਿਹੜਾ ਨੇਲ ਲੱਗਾ ਸੀ ਸਾਈਡ ਤੇ ਸੀ ਜਾਂ ਦੂਜੇ ਪਾਸੇ ਸੈਂਟਰ 'ਚ ਲੱਗਾ ਸੀ? ਭਾਜੀ ਇਹ ਲਾਇਬਿਲਿਟੀ ਇਸ਼ੂ ਹੋ ਸਕਦਾ ਅਗਲਿਆਂ ਦੀ ਇੰਸ਼ੋਰੈਂਸ ਦਾ, ਤਾਂ ਕਰਕੇ ਅਗਲੇ ਕਹਿੰਦੇ ਆ, ਕਿਉਂਕਿ ਵੱਡੀ ਕੰਪਨੀ ਆ, ਵੱਡਾ ਉਹ ਕਿ ਨਹੀਂ ਰਮਨ ਜੀ? ਦੇਖੋ, ਇਹਦਾ ਜਿਹੜਾ ਦੋਨੋਂ ਪਾਸੇ ਦੀ ਗੱਲ ਹੈਗੀ ਆ, ਕਿਉਂਕਿ ਮੈਂ ਤਾਂ ਪੁੱਛਿਆ ਸੀ ਟਾਇਰ, ਕਿਉਂਕਿ ਜੇ ਸਟੀਅਰ ਦਾ ਟਾਇਰ ਹੈਗਾ ਤੇ ਉਹ ਕੋਈ ਵੀ ਨਹੀਂ ਰਿਪੇਅਰ ਕਰਦਾ ਹੈਗਾ ਬਾਹਰ। ਸਟੀਅਰ ਦਾ ਟਾਇਰ ਨਾ ਹੀ ਰਿਪੇਅਰ ਕਰਦਾ ਆ। ਦੂਸਰਾ ਜਿਹੜਾ ਹੈਗਾ ਕਿ ਟ੍ਰੇਲਰ ਦਾ ਟਾਇਰ ਹੈਗਾ, ਯੂਜ਼ਲੀ ਕੀ ਹੁੰਦਾ ਹੈ ਕਿ ਜੇ ਮੈਨੂੰ ਲੱਗਦਾ ਕਿ ਟਾਇਰ ਰਿਪੇਅਰੇਬਲ ਹੈਗਾ ਆ, ਸਿੰਪਲ ਹੈਗਾ,
ਤੇ ਮੈਂ ਯੂਜ਼ ਟਾਇਰ ਜਿਹੜਾ ਉੱਥੋਂ ਉਹਨਾਂ ਦੇ ਕੋਲੋਂ ਲੈ ਕੇ ਉਹਨੂੰ ਪਵਾ ਕੇ ਤੇ ਆਪਣਾ ਟਾਇਰ ਜਿਹੜਾ ਉਹ ਸੇਵ ਕਰਕੇ ਨਾਲ ਲੈ ਆਉਣਾ। ਸੋ ਇਹਨੂੰ ਲਿਆਣ ਕੇ ਇੱਥੇ ਆਪਣਾ ਜਿਹੜਾ ਬਾਕੀ ਵਾਪਸ ਆਣ ਕੇ ਇੱਥੇ ਰਿਪੇਅਰ ਕਰਾ ਕੇ ਤੇ ਉਹਨੂੰ ਰੱਖ ਲੈਂਦੇ ਨਾਲ ਐਜ਼ ਅ ਸਪੇਅਰ। ਪਰ ਅੱਗੇ ਡਿਪੈਂਡ ਕਰਦਾ ਹੈਗਾ ਕਿ ਜੇ ਕਿਸ ਤਰ੍ਹਾਂ ਦੇ, ਕਿਉਂਕਿ ਰਸਤੇ ਦੇ ਵਿੱਚ ਦੇਖੋ ਜਦੋਂ ਤੁਸੀਂ ਰਸਤੇ 'ਚ ਡਾਊਨ ਹੁੰਦੇ ਆ, ਹੁਣ ਅਸੀਂ ਰਾਜਕਰਨ ਜਿਹੜਾ ਨੈਪਟਾ ਦਾ ਹੈਗਾ ਆ ਮੈਂਬਰਸ਼ਿਪ ਹੈਗੀ ਆ, ਨੈਪਟਾ ਦੀ ਮੈਂਬਰਸ਼ਿਪ ਜੇ ਤੁਸੀਂ ਮਿਸ਼ਲਨ ਦਾ ਨੈਸ਼ਨਲ ਅਕਾਊਂਟ ਲੈਂਦੇ ਆ, ਆਪਣਾ ਅਕਾਊਂਟ ਖੁਲਵਾ ਲੈਂਦੇ ਆ, ਤੇ ਉਹ 'ਚ ਤੁਹਾਨੂੰ ਮਿਸ਼ਲਨ ਦੀ ਰੋਡ ਸਾਈਡ ਸਰਵਿਸ ਮਿਲਦੀ ਹੈਗੀ। ਸੋ ਤੁਹਾਡਾ ਜਿਹੜਾ ਪੈਂਚਰ ਆ, ਤੁਹਾਡੇ ਜਿਹੜੇ ਸਾਰਾ ਕੁਛ ਹੈਗਾ ਉਹ ਉਸੇ ਪ੍ਰਾਈਸ ਤੇ ਸਾਰਾ ਕੁਛ ਹੁੰਦਾ ਜਿਹੜੀ ਪ੍ਰੀ ਸੈੱਟ ਪ੍ਰਾਈਸ ਹੈਗੀ ਹੈ ਨਾ। ਉਹਦੇ 'ਚ ਤੁਹਾਨੂੰ ਫਿਰ ਇਹ ਨਹੀਂ ਰੋਲਣਾ ਪੈਂਦਾ ਵੀ ਕਿੰਨੇ ਪੈਸੇ ਲੈਣੇ ਕਿੰਨੇ ਨਹੀਂ ਲੈਣੇ। ਸੋ ਅਸੀਂ ਉਹ ਰਿਕਮੈਂਡ ਕਰਦੇ ਹਾਂ ਕਿ ਜਸਟ ਇੱਕ ਸਿੰਪਲੀ ਤੁਸੀਂ ਆਪਣੀ ਅਕਾਊਂਟ ਜਿਹੜਾ ਆ ਮਿਸ਼ਲਨ ਦਾ ਨੈਸ਼ਨਲ ਅਕਾਊਂਟ ਖੁਲਾ ਕੇ ਰੱਖੋ। ਤੁਹਾਨੂੰ ਟਾਇਰ ਦੀ ਪ੍ਰਾਈਸ ਜੋ ਇੱਥੇ ਲੋਕਲ ਤੁਹਾਨੂੰ ਤੁਹਾਡੇ ਡੀਲਰ ਕੋਲ ਪੈਣੀ ਆ, ਤੁਸੀਂ ਰੋਡ ਤੇ ਪਾਉਣਾ ਉਦੋਂ ਵੀ ਉਹੀ ਪ੍ਰਾਈਸ ਪੈਣੀ ਆ। ਜੇ ਪੈਂਚਰ ਦੀ ਪ੍ਰਾਈਸ ਤੁਹਾਨੂੰ ਇੱਥੇ ਸ਼ਾਪ ਤੇ ਉਹ ਲੱਗਣੀ, ਉੱਥੇ ਵੀ ਤੁਹਾਨੂੰ ਉਹੀ ਲੱਗਣੀ ਹੈ। ਸੋ ਉਹ ਮਿਸ਼ਲਨ ਦੇ ਡੀਲਰਸ਼ਿਪ ਦੇ ਥੱਲੇ ਆਉਂਦੇ ਆ ਉਹ ਰੋਡ ਸਾਈਡ, ਉਹ ਤੁਹਾਨੂੰ ਐਕਸਟਰਾ ਚਾਰਜ ਨਹੀਂ ਕਰ ਸਕਦੇ। ਜਿਹੜੀ ਪ੍ਰੀ ਸੈੱਟ ਪ੍ਰਾਈਸ ਆ ਉਹ ਹੀ ਲੈ ਸਕਦੇ। ਸੋ ਇਹ ਕੋਸ਼ਿਸ਼ ਕਰੋ ਸਾਰੇ ਜਣੇ ਵੀ ਇਸ ਚੀਜ਼ ਦੇ ਥੱਲੇ ਆਉਣ ਦੀ, ਤਾਂ ਕਿ ਤੁਹਾਨੂੰ ਰਸਤੇ ਵਿੱਚ ਪ੍ਰੋਬਲਮਾਂ ਨਾ ਆਉਣ। ਤੇ ਫਿਰ ਸਰ ਉਹਦਾ ਸਾਨੂੰ ਮੰਥਲੀ ਪੇ ਕਰਨਾ ਪਿਆ ਕਰੂਗਾ, ਮੈਂਬਰਸ਼ਿਪ ਲੈਣੀ ਪਊਗੀ ਉਹਦੀ ਸਾਨੂੰ? ਦੇਖੋ ਜੀ, ਮੈਂਬਰਸ਼ਿਪ ਜਿਹੜੀ ਸਿੰਪਲ ਇੱਕ ਟਰੱਕ ਦੀ ਮੈਂਬਰਸ਼ਿਪ ਹੈਗੀ $120 ਸਾਲ ਦੀ ਹੈਗੀ ਹੈ, $10 ਮਹੀਨੇ ਦੇ ਹੈਗੀ। ਉਹਦੇ ਵਿੱਚ ਹੀ ਤੁਹਾਡਾ ਫਿਊਲ ਕਾਰਡ ਆਉਂਦਾ ਫ੍ਰੀ, ਉਹਦੇ ਵਿੱਚ ਹੀ ਤੁਹਾਡਾ ਮਿਸ਼ਲਨ ਦਾ ਅਕਾਊਂਟ ਆਉਂਦਾ, ਉਹਦੇ ਵਿੱਚ ਹੀ ਤੁਹਾਡਾ ਹੈਂਡ ਕੁੱਕ ਦਾ ਅਕਾਊਂਟ, ਜੋ ਮਰਜ਼ੀ ਅਕਾਊਂਟ ਜਿੰਨੇ ਵੀ ਆਉਂਦੇ ਉਹ ਸਾਰੇ ਇੱਕੋ ਮੈਂਬਰਸ਼ਿਪ $10 ਮਹੀਨੇ ਤੱਕ ਜੀ। ਧੰਨਵਾਦ ਜੀ। ਚਲੋ ਫਿਰ ਵੀ ਜਿਹੜੇ ਕਿਸੇ ਨਹੀਂ ਵੀ ਲੈ ਸਕਦਾ, ਫਿਰ ਵੀ ਉੱਥੇ ਇੱਕ ਸਸਤੀ ਸ਼ਾਪ ਹੈਗੀ ਆ, ਉਹਦਾ ਕਿਸੇ ਨੇ ਐਡਰੈਸ ਨੋਟ ਕਰਨਾ ਤੇ ਉਹ ਕਰ ਲਵੇ। 1402 2nd ਸਟਰੀਟ, ਵਿੰਸਨੋ ਐਵਨਿਊ। ਜੀ ਥੈਂਕ ਯੂ, ਧੰਨਵਾਦ ਜੀ, ਥੈਂਕ ਯੂ ਹਰਵਿੰਦਰ ਜੀ। ਸੋ ਨਵਦੀਪ ਸਿੰਘ ਕਹਿੰਦੇ ਆ ਵੀ ਜੇ ਸਾਈਡ ਵਾਲ ਦੇ ਉੱਤੇ ਨੇਲ ਲੱਗਾ ਆ ਫੇਸਬੁੱਕ ਤੇ ਵੀ ਉਹ ਫਿਕਸੇਬਲ ਨਹੀਂ ਹੁੰਦਾ। ਸੋ ਇਹ ਮੈਨੂੰ ਤਾਂ ਲੱਗਦਾ ਵੀ ਕਿਉਂਕਿ ਉਹ ਵੱਡੀ ਕੰਪਨੀ ਸੀ ਇਸ ਕਰਕੇ ਉਹ ਕਿਉਂਕਿ ਲਾਇਬਿਲਟੀ ਇਸ਼ੂ ਨਹੀਂ ਬਣਨਾ ਚਾਹੁੰਦੇ। ਇਹ ਵੀ ਹੁੰਦਾ ਆ। ਤੇ ਹਰਜੋਤ ਸਿੰਘ ਜੀ ਇਹ ਵੀ ਚੀਜ਼ ਆਪਾਂ ਦੇਖੀ ਆ, ਜਦੋਂ ਬੰਦਾ ਫਸਿਆ ਹੁੰਦਾ ਆ ਤੇ ਉਹ ਬੰਦੇ ਦੀ ਬਾਂਹ ਮਰੋੜਦੇ ਹੀ ਆ। ਇਹ ਇੱਕ ਕਾਮਨ ਬਿਜ਼ਨਸ ਪ੍ਰੈਕਟਿਸ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਾਂ ਦੇਖੀ ਆ। ਹੁਣ ਐਵੇਂ ਥੋੜੀ ATRI ਵਾਲੇ ਜਿਹੜੇ ਟੋ ਟਰੱਕਰ ਵਾਲਿਆਂ ਨੂੰ ਲੈ ਕੇ ਜਿਹੜੇ ਲੁੱਟ ਹੋਏ ਆ ਉਹਨਾਂ ਦਾ ਸਰਵੇ ਕਰਨ ਦੇ ਆ। ਉਹਨਾਂ ਨੂੰ ਪਤਾ ਹੈ ਵੀ ਇਹੋ ਜਿਹੇ ਮੌਕਿਆਂ ਤੇ ਲੋਕਾਂ ਦੀ ਬਾਂਹ ਮਰੋੜੀ ਜਾਂਦੀ ਆ। ਚੰਗਾ ਜਿਹੜਾ ਉਹ ਉਸ ਦੇ ਵਿੱਚ ਲੋਕਾਂ ਨੂੰ ਕਈ ਵਾਰੀ ਨੁਕਸਾਨ ਨਾਲੇ ਇਹ ਤਾਂ ਹਰ ਫੀਲਡ 'ਚ ਆ ਨਾ। ਤੁਸੀਂ ਪਲੰਬਿੰਗ ਦਾ ਤੁਹਾਡੇ ਘਰ ਖਰਾਬ ਹੋ ਜਾ, ਰਾਤ ਨੂੰ ਸੱਦੋ, ਅਗਲੇ ਨੇ ਡਬਲ ਪੈਸੇ ਚਾਰਜ ਕਰਨੇ, ਰਾਈਟ? ਉਹ ਨਹੀਂ ਇਹ ਕਰਦੇ ਹੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਪਰ ਇਹ ਆ ਵੀ ਭਾਈ ਸਪੇਅਰ ਇੱਕ ਐਕਸਟਰਾ ਜਿਹੜਾ ਜ਼ਰੂਰ ਜਿਹੜਾ ਬਾਕੀ ਇਹ ਵੀ ਦੇਖੋ ਨਾ, ਜੇ ਆਪਾਂ ਰੈਗੂਲਰ ਡੇ 'ਚ ਆਪਾਂ ਕੋਈ ਪਿਕਅਪ ਕਰਦੇ ਆ ਤੇ ਆਪਾਂ ਫਿਰ ਕਹਿੰਦੇ ਵੀ ਜੇ ਰਾਤ ਨੂੰ ਪਿਕਅਪ 1 ਵਜੇ ਕਰਨ ਜਾਣਾ ਤੇ ਆਪਾਂ ਵੀ ਤੇ ਉਹਨੂੰ ਕਹਿੰਦੇ ਵੀ ਭਾਈ ਸਾਨੂੰ ਵੀ ਐਕਸਟਰਾ ਪੈਸੇ ਚਾਹੀਦੇ, ਰਾਤ 1 ਵਜੇ ਜਾ ਕੇ ਪਿਕਅਪ ਕਰਨੀ ਹੈ। ਬਿਜ਼ਨਸ ਦੇ ਵਿੱਚ ਸਾਰਾ ਕੁਝ ਜਿਹੜਾ ਆ ਇਟ ਗੋਜ਼। ਬਾਕੀ ਤੁਸੀਂ ਆਪਣਾ ਪ੍ਰਬੰਧ ਕਰਕੇ ਰੱਖੋ। ਅਸੀਂ ਜਿਹੜੀ ਚੀਜ਼ ਆ, ਮਤਲਬ ਜੇ ਹੁਣ ਭਾਜੀ ਨੇ ਜਿਹੜੀ ਗੱਲ ਕੀਤੀ ਆ ਉਹ ਤੇ ਚੱਲ ਵਿੰਸਲੋ ਜੇ ਤੇ ਕਰ ਲੋਗੇ ਤੁਸੀਂ, ਚੱਲ ਐਡਰੈਸ ਦੱਸਤਾ, ਹੁਣ ਤੁਸੀਂ ਪਰੇ ਹੋਰ ਚਲੇ ਗਏ, ਪਰੇ ਨਿਊ ਮੈਕਸੀਕੋ ਚਲੇ ਗਏ, ਪਰੇ ਟੈਕਸ ਚਲੇ ਗਏ, ਫਿਰ ਉੱਥੇ ਕੀ ਹੋਊਗਾ? ਉੱਥੇ ਹੁਣ ਹਰ ਥਾਂ ਤੇ ਇਹ ਚੀਜ਼ ਬਣਨੀ। ਸੋ ਇਸ ਕਰਕੇ ਕਿ ਜਿਹੜੀ $10 ਦੀ ਮੈਂਬਰਸ਼ਿਪ ਹੈ ਮੇਰੇ ਖਿਆਲ ਉਹ ਮਹਿੰਗੀ ਨਹੀਂ ਗੀ ਮਹੀਨੇ ਦੀ। ਸੋ ਪਲੀਜ਼। ਹਾਂਜੀ, ਨਹੀਂ ਉਹ ਤਾਂ ਕਾਫੀ ਅਫੋਰਡੇਬਲ ਆ। $10 ਤਾਂ ਕੁਛ ਵੀ ਨਹੀਂ ਜਿਹੜੇ ਉਹ ਹੁੰਦੇ। ਅੱਧਿਆਂ ਦੇ ਤੇ ਜਿੰਮ ਤੇ ਹੀ ਜਾਈ ਜਾਂਦੇ ਹੋਣੇ ਜਿਹੜੇ ਕਦੀ ਜਿੰਮ ਵੀ ਨਹੀਂ ਗਏ ਹੋਣੇ। ਸੋ ਇਹ ਵੀ ਚੀਜ਼ਾਂ ਜਿਹੜੀਆਂ ਨਾਲ ਜਿਹੜੀਆਂ ਉਹ ਚੱਲਦੀਆਂ। ਆਪਾਂ ਜਦੋਂ ਗੱਲ ਕਰ ਰਹੇ ਸੀਗੇ ਰਮਨ ਜੀ, ਜਿਹੜੇ ਡੈਫ ਨੂੰ ਜਿਹੜਾ ਉਹ ਲੈ ਕੇ ਇਹਦੇ ਵਿੱਚ ਹੈ ਤਾਂ ਇਹ ਜਿਹੜੇ ਐਗਜ਼ੌਸਟ ਘਟਾਉਣ ਨੂੰ, ਜਿਹੜਾ ਪੋਲਿਊਸ਼ਨ ਜਿਹੜਾ ਉਹ ਘਟਾਉਣ ਨੂੰ, ਇਹਨਾਂ ਦੀਆਂ ਇੰਨੀਆਂ ਰੈਗੂਲੇਸ਼ਨਸ ਤਾਂ ਹੈਗੀਆਂ ਵੀ ਇੰਨਾ ਪੋਲਿਊਸ਼ਨ ਜਿਹੜਾ ਉਹ ਘਟੇ। ਕੀ ਇਹ ਮੈਨੂਫੈਕਚਰ ਨੇ ਇੱਕ ਵੇ ਅਰਾਊਂਡ ਲੱਭਿਆ ਵੀ ਸਾਨੂੰ ਇੰਜਨ ਦੇ ਉੱਤੇ ਬਹੁਤਾ ਵਰਕ ਨਾ ਕਰਦੇ ਹੋਏ ਅਸੀਂ ਬਾਹਰੋਂ ਦੀ ਇਹ ਚੀਜ਼ ਪਾ ਕੇ ਤੇ ਫਿਰ ਕਰ ਲਈਏ ਵੀ ਸਾਨੂੰ ਜਿਹੜਾ ਇੰਜਨ ਦੀ ਟਿਊਨਿੰਗ ਘੱਟ ਕਰਨੀ ਪਵੇ ਉਹਦਾ ਪੋਲਿਊਸ਼ਨ ਘਟਾਉਣ ਦੇ ਲਈ? ਕਿਸ ਤਰ੍ਹਾਂ ਮਤਲਬ ਕਿ ਜਿਹੜੀ ਡੈਫ ਜਿਹੜਾ ਬੇਸਿਕਲੀ ਇਹਨਾਂ ਨੇ ਇਸੇ ਲਈ ਐਡ ਕਰਵਾਇਆ ਨਾ ਵੀ ਪੋਲਿਊਸ਼ਨ ਘੱਟ ਹੋਵੇ ਟਰੱਕ ਦੇ, ਇਸੇ ਲਈ ਮੇਨ ਉਹਦਾ ਕਾਰਨ ਇਹੀ ਆ। ਟੈਕਨੋਲੋਜੀ ਉਦੋਂ ਇਹੋ ਹੀ ਜਿਹੜੀ ਸੀਗੀ ਆਈ ਸੀਗੀ, ਅਵੇਲੇਬਲ ਸੀਗੀ ਮੇਰੇ ਖਿਆਲ 'ਚ। ਆਈ ਡੋਂਟ ਨੋ ਕਿ ਮੈਨੂੰ ਇੰਨਾ ਨਹੀਂ ਪਤਾ ਹੈਗਾ ਕਿ ਹੋਰ ਕੋਈ ਟੈਕਨੋਲੋਜੀ ਇਹਦੇ ਅਗੇਂਸਟ ਅਵੇਲੇਬਲ ਸੀਗੀ ਤੇ ਇਹਨੂੰ ਕਿਉਂ ਚੁਣਿਆ ਗਿਆ। ਮੇਰੇ ਖਿਆਲ ਦੇ ਵਿੱਚ ਉਹ ਮੇਰੇ ਕੋਲ ਨੌਲੇਜ ਨਹੀਂ ਹੈਗੀ ਅਸਲ, ਪਰ ਡੈਫੀਨੇਟਲੀ ਟੈਕਨੋਲੋਜੀ ਅਵੇਲੇਬਲ ਸੀਗੀ ਉਦੋਂ, ਬੈਸਟ ਪੋਸੀਬਲ ਟੈਕਨੋਲੋਜੀ ਜਿਹੜੀ ਆ। ਕਿਉਂਕਿ ਹੁਣ ਵੀ ਜਿਹੜੇ ਅੱਗੇ ਐਮਿਸ਼ਨ ਕੰਟਰੋਲ ਆ ਰਹੇ ਹੈਗੇ ਆ, 27 ਦੇ ਵਿੱਚ ਆ ਰਹੇ ਹੈਗੇ ਆ, 32 ਚ ਆ ਰਹੇ ਹੈਗੇ ਆ, ਉਹਦੇ ਵਿੱਚ ਵੀ ਮੈਨੂਫੈਕਚਰ ਹੈਗੇ ਆ, ਆਪਣੇ ਇੰਜਨ ਮੈਨੂਫੈਕਚਰ ਹੈਗੇ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਨਾ ਕਿ ਤੁਸੀਂ ਇੰਜਨ ਨੂੰ ਇੰਨਾ ਐਫੀਸ਼ੀਐਂਟ ਬਣਾਉਣਾ ਆ, ਇੰਨਾ ਕਰਨਾ ਹੈ। ਡਿਫਰੈਂਟ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਆ ਉਹ ਟਰਾਈ ਕਰਦੇ ਆ ਹਰ ਇੱਕ ਬੰਦਾ, ਕਿ ਹਰ ਇੱਕ ਜਿਹੜਾ ਮੈਨੂਫੈਕਚਰ ਆ ਕਿ ਉਹ ਇੰਜਨ ਨੂੰ
ਹੋਰ ਵਧੀਆ ਕਰਨ ਲਈ, ਹੋਰ ਚੰਗਾ ਕਰਨ ਦੇ ਲਈ ਉਹਨੂੰ ਮਤਲਬ ਕਿ ਉਹਦੇ ਉੱਤੇ ਕੰਮ ਚੱਲਦਾ। ਸੋ ਕਿੱਦਾਂ ਦੀ ਟੈਕਨੋਲੋਜੀ ਹੋਰ ਨਵੀਂ ਆਉਂਦੀ ਆ, ਕਿੱਦਾਂ ਦੀ ਟੈਕਨੋਲੋਜੀ ਹੋਰ ਯੂਜ਼ ਕਰਦੇ ਆ, ਇਹਨੂੰ ਰਿਫਾਈਨ ਕਰਦੇ ਆ, ਕਿੱਦਾਂ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀਆਂ ਰਹਿੰਦੀਆਂ। ਇੱਦਾਂ ਹੀ ਜਦੋਂ ਡੈਫ ਆਇਆ ਸੀਗਾ, ਆਈ ਥਿੰਕ ਇਹ ਉਦੋਂ ਉਹਨਾਂ ਦੇ ਹਿਸਾਬ ਦੇ ਨਾਲ ਬੈਸਟ ਪੋਸੀਬਲ ਸੀ। ਪਰ ਉਦੋਂ ਵੀ ਅਸੀਂ ਇਹ ਚੀਜ਼ ਉੱਤੇ ਇਤਰਾਜ਼ ਚੁੱਕਿਆ ਸੀਗਾ ਕਿ ਇਹ ਜਿਹੜੀ ਚੀਜ਼ ਆ ਪਹਿਲੇ 3 ਸਾਲਾਂ ਦੇ ਵਿੱਚ ਬੜੀ ਮੱਚ ਜਿਹੜੇ ਮੈਨੂਫੈਕਚਰ ਵੀ ਸੀ ਤੇ ਗਵਰਨਮੈਂਟ ਵੀ ਸੀ, ਉਹਨਾਂ ਨੇ ਲੋਕਾਂ ਨੂੰ ਯੂਜ਼ ਕੀਤਾ ਇਸ ਟੈਕਨੋਲੋਜੀ ਕਰਨ ਦੇ ਗਿਨੀ ਪਿਗ ਬਣਾ ਕੇ ਰੱਖੇ ਜੀ ਬੇਸਿਕਲੀ ਜਿੰਨੇ ਵੀ ਆ ਵੀ ਸਾਰੇ ਤੁਸੀਂ ਟੈਸਟ ਸਬਜੈਕਟਸ ਉਹਨਾਂ ਦੇ ਲਈ ਜਿਹੜੇ ਉਹ ਰਹੇ ਆ। ਆਪਾਂ ਨਿਕੋਲਾ ਦਾ ਦੇਖਿਆ ਵੀ ਝੂਠ ਮਾਰਨ ਦੇ ਵਿੱਚ ਤਾਂ ਕੰਪਨੀਆਂ ਮੋਹਰੇ ਆ, ਹੋਰ ਵੀ ਪਤਾ ਨਹੀਂ ਹਰ ਕੰਪਨੀ ਜਿਹੜੀ ਕਿੱਦਾਂ ਝੂਠ। ਸੋ ਜਿਹੜੀ ਚੀਜ਼ ਜਦੋਂ ਕੋਈ ਵੇਚਣ ਲੱਗਾ, ਜਦੋਂ ਉਹ ਬੋਲ ਰਿਹਾ ਹੈ ਨਾ, ਉਹਦੀ ਗੱਲ ਤੇ ਯਕੀਨ ਨਾ ਕਰੋ, ਉਹਦੇ ਡਾਟੇ ਦੇ ਉੱਤੇ ਉਹਦਾ ਡਾਟਾ ਦੇਖਣਾ ਪੈਣਾ ਵੀ ਆਇਆ ਕਿੱਥੋਂ ਆ, ਕਿੱਦਾਂ ਆ। ਸੋ ਇਹ ਜਿਹੜੀਆਂ ਸੰਸਥਾਵਾਂ ਆ ਦੇਖਦੇ ਆ ਵੀ ਭਾਈ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਮੈਂ ਕੱਲ ਵੀ ਰਾਜਕਰਨ ਜਿਹੜੀ ਆਪਣੀ ਪੋਰਟ ਵਾਲੇ ਆਪਣੇ ਬੰਦੇ ਸੀਗੇ ਜੋ ਏਰੀਏ ਦੇ ਚੋਂ, ਕੱਲ ਮੇਰੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਆ, ਤੇ ਉਹਨਾਂ ਨੇ ਇੱਕ ਗੱਲ ਹੋਰ ਵੀ ਹੈਰਾਨੀਜਨਕ ਦੱਸੀ ਆ। ਉਹ ਕਹਿੰਦੇ ਵੀ ਜਿਹੜੇ ਟਰੱਕ ਟੈਸਲਾ ਦੇ ਹੈਗੇ ਆ ਨਾ, ਵੀ ਉਹ ਪ੍ਰਾਈਵੇਟ ਕਿਸੇ ਦੇ ਕੋਲ ਸੀ ਇੱਥੇ ਲਾਗੇ ਘੁੰਮਦੇ ਸੀਗੇ, ਉਹ ਜਦੋਂ ਖਾਲੀ ਉੱਤੇ ਪਿੱਛੇ ਟ੍ਰੇਲਰ ਪਾਉਣੇ, ਉਹਦੇ ਵੈਨ ਜਾਂ ਕੁਝ ਪਾਉਣੇ ਆ ਤੇ ਉਹ ਖਿੱਚ ਲੈਂਦਾ, ਜਦੋਂ ਉਹਦੇ ਪਿੱਛੇ ਕੰਟੇਨਰ ਪਾਉਣੇ ਆ ਤੇ ਉਹ ਖਿੱਚ ਨਹੀਂ ਹੁੰਦਾ ਉਹਦੇ ਕੋਲ। ਤੋ ਇਹ ਚੀਜ਼ ਮੈਂ ਕੱਲ ਸੁਣੀ ਆ, ਮਤਲਬ ਮੈਨੂੰ ਨਹੀਂ ਪਤਾ ਕਿ ਕਿੰਨੀ ਕੁ ਸੱਚ ਹੈ ਕਿੰਨੀ ਕੁ ਨਹੀਂ, ਕਿਉਂਕਿ ਟੈਸਲਾ ਨੇ ਆਪਾਂ ਨੂੰ ਇਹ ਦੱਸਿਆ ਵੀ 1,10,000 ਪਾਉਂਡ ਜਿਹੜਾ ਆ ਉਹ ਲੈ ਕੇ ਟਰੱਕ ਫਰੀਵੇ ਤੇ ਭੱਜਦਾ ਦਿਖਾਇਆ। ਹੁਣੇ ਰੀਸੈਂਟਲੀ ਉਹਨਾਂ ਨੇ ਕੱਢੇ ਸੀ ਨੰਬਰ ਚ ਦਿਖਾਏ ਸੀਗੇ। ਪਰ ਜਿਹੜੀ ਪਬਲਿਕ ਆ, ਹੁਣ ਪਬਲਿਕ, ਮੈਂ ਹਮੇਸ਼ਾ ਇਹ ਕਿਹਾ ਸੀਗਾ ਜਿੰਨੀ ਚਿਰ ਤੱਕ ਪਬਲਿਕ ਦੇ ਹੱਥ ਵਿੱਚ ਨਹੀਂ ਆਉਂਦਾ ਸਮਾਨ ਤੇ ਉਹ ਟੈਸਟ ਨਹੀਂ ਕਰਦੀ, ਉਨੀ ਚਿਰ ਤੱਕ ਇਹਦੀ ਕੋਈ ਗਰੰਟੀ ਨਹੀਂ ਹੈਗੀ। ਤੋਂ ਕੱਲ ਇਹ ਪਤਾ ਲੱਗਾ ਹੈਗਾ ਵੀ ਜਦੋਂ ਭਰਿਆ ਕੰਟੇਨਰ ਉਹਦੇ ਪਿੱਛੇ ਪਾਇਆ ਤੇ ਉਹ ਫਿਰ ਤੁਰਦਾ ਨਹੀਂ ਸੀਗਾ, ਇਸ ਕਰਕੇ ਵੀ ਆਈ ਡੋਨਟ ਨੋ ਕੀ ਬਣਨਾ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਕੁਝ ਜੁੜੇ, ਉਹਨਾਂ ਨਾਲ ਕਰਦੇ ਹਾਂ ਜੀ ਆਪਾਂ ਗੱਲਬਾਤ। ਬਲਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਆਪਣੇ ਚੱਲਦਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਇਹ ਜਿਹੜਾ ਚੱਲਦਾ ਸੀ ਨਾ ਜੀ ਆਪਣੇ ਉਹ ਟਾਇਰ ਬਾਰੇ ਗੱਲ ਮੁੰਡਾ ਦੱਸਦਾ ਸੀਗਾ ਜੀ, ਉਹ ਗੱਲ ਏਦਾਂ ਆ ਵੀ ਜੇ ਇਸ ਵੇਲੇ ਤੁਸੀਂ ਇੱਕ ਵਾਰੀ ਉਹਨੂੰ ਸਟਾਪ ਲੀਕੇਜ ਦਾ ਆਪ ਯੂਜ਼ ਕਰ ਲੈਂਦੇ, ਉਹਦੇ ਵਿੱਚ ਬਰਮਾ ਘੁਮਾ ਕੇ ਇਹਦਾ ਵਿੱਚ ਰਬੜ ਪਾਉਣੇ ਆ, ਉਹ ਗਲੂ ਪਾਉਣੇ ਆ, ਉਹ ਦੁਬਾਰਾ ਫਿਰ ਉਹ ਸਰਟੀਫਾਈ ਹੋਣਾ ਬਹੁਤ ਔਖਾ ਆ। ਮੇਰਾ ਆਪਣਾ ਪ੍ਰੈਕਟੀਕਲ ਵਾ, ਉਹ ਇੱਕ ਵਨ ਟਾਈਮ ਉਹ ਜੇ ਉਹਨੂੰ ਤੁਸੀਂ ਸੈੱਟ ਕਰ ਲਓ, ਆਪ ਕਰ ਲਓ, ਜੇ ਨਹੀਂ ਹੁੰਦਾ ਫੇਰ ਤਾਂ ਏਦਾਂ ਵੀ ਉਹਨੂੰ ਖੋਲ ਕੇ ਅੰਦਰ ਦੀ ਕੋਈ ਪੈਚ ਲਾਉਣੇ ਵਾਲਾ ਸਰਟੀਫਾਈ ਬੰਦਾ ਹੋਵੇ ਤੇ ਉਹ ਕਰਦਾ। ਤੇ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਤੇ ਜਿੱਦਾਂ ਹੀ ਹੁਣ ਬੌਸ ਸ਼ੌਪ ਆ, ਇਹਨਾਂ ਤੇ ਟ੍ਰੇਨਿੰਗ ਦਿੱਤੀ ਹੋਆ ਉਹਨਾਂ ਨੇ, ਇਹਨਾਂ ਉੱਤੇ ਹੋਰ ਬੈਠੇ ਹੋਆ ਵੀ ਤੁਸੀਂ ਕਿਹੜੀ ਚੀਜ਼ ਖੋਲਣੀ ਆ, ਕਿਹੜੀ ਕੀ ਕਰਨੀ ਆ। ਉਹ ਉਹਨਾਂ ਦਾ ਕਸੂਰ ਨਹੀਂ, ਉਹ ਤਾਂ ਵਿਚਾਰੇ ਵਰਕਰ ਵਾ। ਠੀਕ ਹੈ ਜੀ। ਹਾਂ, ਉਹਦਾ ਵੀ ਅੰਦਰੋਂ ਪੈਚ ਲੱਗਦਾ ਆ ਜਿਹੜਾ ਹੈਗਾ ਬਈ ਇੱਕ ਪਹਿਲੂ ਇਹ ਵੀ ਇਸ ਜਿਹੜੇ ਪੂਰੇ ਮਾਮਲੇ ਦੇ ਵਿੱਚ। ਥੈਂਕ ਯੂ ਬਲਕਾਰ ਜੀ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ। ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਜਿਹੜੀ ਉਹ ਭਾਜੀ ਉਹਨਾਂ ਨੇ ਐਕਸਪੀਰੀਅੰਸ ਕੀਤਾ ਫਲੈਟ ਟਾਇਰ ਨਾਲ, ਇਦਾਂ ਦਾ ਕਈਆਂ ਦੇ ਨਾਲ ਐਕਸਪੀਰੀਅੰਸ ਹੋਇਆ, ਪਰ ਮੈਂ ਇਹਦਾ ਇੱਕ ਸੋਲਿਊਸ਼ਨ ਇਹ ਕੱਢਿਆ ਹੋਇਆ ਕਿ ਵੈਰੀ ਈਜ਼ੀ ਆ। ਤੁਸੀਂ ਆਪਣੇ ਕੋਲ ਜਿਹੜਾ ਸਪੇਅਰ ਟਾਇਰ ਰੱਖਦੇ ਆ, ਕੋਸ਼ਿਸ਼ ਕਰੋ ਕਿ ਉਹ ਆਲ ਪੋਜੀਸ਼ਨ ਟਾਇਰ ਹੋਵੇ ਜਾਂ ਸਪੇਅਰ ਦਾ ਟਾਇਰ ਹੋਵੇ ਤਾਂ ਵਧੀਆ, ਤੇ ਉਹਨੂੰ ਰਿਮ ਤੇ ਮਾਊਂਟ ਕਰਕੇ, ਕਿਉਂਕਿ ਆਪਣੇ ਕੋਲ ਜਦ ਆਪਾਂ ਤੁਰਦੇ ਆ ਜਾਂ ਜਿੱਥੇ ਕੰਮ ਕਰਾਉਂਦੇ ਆ ਟਾਈਮ ਹੁੰਦਾ, ਆਪਾਂ ਉਹਨੂੰ ਰਿਮ ਤੇ ਮਾਊਂਟ ਕਰਾ ਕੇ ਏਅਰ ਅਪ ਕਰਾ ਕੇ ਫੇਰ ਆਪਣੇ ਰੈਕ 'ਚ ਰੱਖੀਏ। ਤੇ ਜਿੱਥੇ ਵੀ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਆ, ਜੇ ਕੋਈ ਵੀ ਮਨਾ ਕਰਦਾ ਉਹਨੂੰ ਕਹੋ ਕਿ ਖਾਲੀ ਮਾਊਂਟ ਡਿਸਮਾਊਂਟ ਕਰਦੇ, ਜਿਹੜਾ ਟਾਇਰ ਲੱਗਾ ਆ ਉਹਨੂੰ ਲਾ, ਮੇਰਾ ਟਾਇਰ ਰਿਮ ਦੇ ਉੱਤੇ ਚੜਿਆ ਆ, ਰੈਡੀ ਆ, ਇਹਨੂੰ ਮਾਊਂਟ ਕਰ ਦੇ। ਤੇ ਉਸ ਚੀਜ਼ ਤੋਂ ਉਹ ਫਿਰ ਮਨਾ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਆਲਰੇਡੀ ਗੁੱਡ ਪੋਜੀਸ਼ਨ 'ਚ ਹੁੰਦਾ ਟਾਇਰ, ਏਅਰਡ ਆਪਾਂ, ਤੇ ਉਹਨਾਂ ਨੂੰ ਉਹ ਪਾਉਣਾ ਹੀ ਪਏਗਾ। ਤੇ ਦੂਜੀ ਗੱਲ ਇਹ ਹੈਗੀ ਜੀ, ਆਪਾਂ ਗੱਲ ਕਰਦੇ ਸੀਗੇ ਤੁਸੀਂ ਉਹਦੀ ਇੰਜਨ ਦੀ, ਤੇ ਭਾਈ ਜਿੰਨੇ ਵੀ ਮੈਨੂਫੈਕਚਰਰ ਆ, ਉਹ ਮੈਨੂਫੈਕਚਰਰ ਦੇ ਜਿਹੜੇ ਇੰਜਨ ਹੈਗੇ ਆ ਉਹ ਆਲਰੇਡੀ ਮੀਟ ਨਹੀਂ ਕਰਦੇ ਪੋਲਿਊਸ਼ਨ ਦੇ ਜਿਹੜੀ ਗਾਈਡਲਾਈਨ ਹੈਗੀ EPA ਗਾਈਡਲਾਈਨਸ। ਅੱਛਾ, ਹਾਂ। ਤੇ ਉਹ ਕਦੇ ਹੀ ਕੈਟ ਨੇ ਟਰੱਕਾਂ ਦਾ ਇੰਜਨ ਰੱਖਣਾ ਹੀ ਬੰਦ ਕਰਤਾ ਸੀ, ਕਿ ਉਹਨੇ ਕਿਹਾ ਸੀ ਕਿ ਕੈਟ ਇੰਨੀ ਰੈਪੂਟੇਡ ਕੰਪਨੀ ਆ, ਉਹਨੇ ਕਿਹਾ ਮੈਂ ਇਹ ਕੰਮ ਹੀ ਨਹੀਂ ਕਰਨਾ, ਮੈਂ ਫਿਲਟਰ ਹੀ ਨਹੀਂ ਲਾਉਣਾ ਆਪਣੇ ਇੰਜਨ ਦੇ ਉੱਤੇ। ਤੇ ਬਾਕੀ ਮੈਨੂਫੈਕਚਰਰ ਡੀਟਰੋਇਡ ਆ, ਕਮਿੰਗਸ ਆ ਜਾਂ ਹੋਰ ਆ, ਇਹ ਜਿਹੜਾ ਇਹ ਆਕਸਿਲਰੀ ਯੂਨਿਟ ਲਾ ਰਹੇ ਆ ਉੱਪਰ, ਜਿਹੜਾ ਕਿ ਉਹ EPA ਦੀ ਗਾਈਡਲਾਈਨ ਨੂੰ ਮੀਟ ਕਰਦਾ ਆ। ਤੇ ਜਿਹੜੇ ਇਨੀਸ਼ੀਅਲ ਟਰੱਕ ਆਏ ਆ ਜਿੱਦਾਂ 2010-11 ਚ, ਉਹ ਸਾਰੇ ਟਰੱਕ ਆਏ ਸੀਗੇ 1 ਲੱਖ ਮੀਲ ਦੀ ਵਾਰੰਟੀ ਹੁੰਦੀ ਸੀ ਉਹਨਾਂ ਦੇ ਉੱਤੇ ਖਾਲੀ ਇਹਦੀ DPF ਦੀ। ਹਾਂ, ਜਿਹੜੇ ਹੁਣ ਫਿਊਚਰ ਚ ਆ ਰਹੇ ਆ 27-28 ਦੇ ਵਿੱਚ, ਉਹਨਾਂ ਚ ਹਾਂ ਲੋਕਾਂ ਨੇ ਰੌਲਾ ਪਾਇਆ ਕਿ ਇਹ ਚੀਜ਼ ਕੰਮ ਨਹੀਂ ਕਰਦੀ,
ਤਾਂ ਉਹਦੇ ਉੱਤੇ ਇਹ ਕੀਤਾ ਗਿਆ ਕਿ ਜਿਹੜੀ ਵਾਰੰਟੀ ਆ ਉਹ ਹੁਣ 4.5 ਲੱਖ ਮੀਲ ਦੀ ਉਹਨਾਂ ਨੂੰ ਕਹਿ ਕੇ ਕਰੋ ਇਹਦੇ ਉੱਤੇ ਫਿਲਟਰ ਦੇ ਉੱਤੇ, ਤਾਂ ਕਿ ਉਹਦੇ ਨਾਲ ਥੋੜਾ ਬਹੁਤ ਕਸਟਮਰ ਜਿਹੜਾ ਕੰਜ਼ਿਊਮਰ ਆ ਉਹਦੀ ਥੋੜੀ ਬਹੁਤ ਪ੍ਰੋਟੈਕਸ਼ਨ ਹੋਵੇ। ਕੁਝ ਸਮੇਂ ਲਈ ਤਾਂ ਹੋਵੇ ਐਟਲੀਸਟ। ਥੈਂਕ ਯੂ। ਬਾਕੀ ਜਿਹੜੇ ਹਾਂਜੀ ਭਾਈ ਇਹਨਾਂ ਤੋਂ ਜਿੱਦਾਂ ਆਪਾਂ ਇੱਕ ਗੱਲ ਕਰਦੇ ਸੀਗੇ DPF ਜਿਹੜੇ ਯੂਜ਼ ਕਰਦੇ ਤੁਸੀਂ ਉਹਨਾਂ ਟਰੱਕਾਂ ਦੇ ਲਾਗੇ ਦੀ ਲੰਘੋਗੇ ਜਾਂ ਕਈ ਟਰੱਕਾਂ ਤੋਂ ਤਾਂ ਇੰਨੀ ਬੈਡ ਸਮੈਲ ਆਉਂਦੀ ਆ। ਆਈ ਡੋਂਟ ਥਿੰਕ ਕਿਸੇ ਨੇ ਅੱਜ ਤੱਕ ਉਹਦੇ ਬਾਰੇ ਕੋਈ ਇਸ ਬਾਰੇ ਸੋਚਿਆ ਵੀ ਹੋਵੇ ਕਿ ਇਹਦਾ ਡਰਾਈਵਰ ਦੀ ਹੈਲਥ ਤੇ ਕੀ ਇਫੈਕਟ ਪੈਂਦਾ। ਜਿਹੜੇ ਕੰਟੀਨਿਊਸ ਫਿਊਮ ਨਿਕਲ ਰਹੇ, ਜਿਹੜੀ ਕੰਟੀਨਿਊਸ ਉੱਥੋਂ ਸਮੈਲ ਨਿਕਲ ਰਹੀ ਹੈ, ਉਹਦਾ ਬੰਦੇ ਦੇ ਉੱਤੇ ਕੀ ਅਸਰ ਪੈ ਰਿਹਾ ਹੈ। ਜੀ ਜੀ ਬਿਲਕੁਲ ਜੀ। ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਇਹ ਸਾਰੀਆਂ ਚੀਜ਼ਾਂ ਤੇ ਦੇਖੋ ਸੋਚਣੀਆਂ ਆ। ਜਿਹੜੇ ਐਕਟਿਵਿਜ਼ਮ ਆ ਜਾਂ ਐਡਵੋਕੇਸੀ ਗਰੁੱਪਸ ਆ ਜਾਂ ਡਰਾਈਵਰ ਆਪ ਨੇ, ਇਹ ਜਿਹੜੇ ਵੀ ਇੰਡਸਟਰੀ ਦੇ ਵਿੱਚ ਆ, ਹਰ ਇੱਕ ਦੀ ਇੱਕ ਹਿਸਾਬ ਦੇ ਨਾਲ ਡਿਊਟੀਆਂ ਵਗੈਰਾ ਜਿਹੜੀਆਂ ਹੋਣੀਆਂ ਚਾਹੀਦੀਆਂ। ਡਿਊਟੀਆਂ ਤੋਂ ਭਾਵ ਵੀ ਹਰ ਇੱਕ ਨੇ ਆਪੋ ਆਪਣਾ ਏਰੀਆ ਜਿਹੜਾ ਚੁਣੇ ਤੇ ਉਸ ਹਿਸਾਬ ਦੇ ਨਾਲ ਉਸਦੇ ਪ੍ਰਤੀ ਗੱਲ ਕਰਨੀ ਚਾਹੀਦੀ ਆ। ਸੋ ਗੱਲਾਂ ਸਾਰੀਆਂ ਸੁਣਨੀਆਂ ਚਾਹੀਦੀਆਂ, ਵਿੱਚੋਂ ਕੀ ਨਿਕਲਦਾ ਕਿੱਦਾਂ ਨਹੀਂ ਆ ਉਹ ਬਾਅਦ ਦੀ ਜਿਹੜੀ ਅਗਲੀ ਗੱਲ ਹੁੰਦੀ ਆ। ਜੀ ਰਮਨ ਜੀ। ਬਿਲਕੁਲ ਜੀ। ਇਹ ਅਗੇਨ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ, ਆਪਾਂ ਜਦੋਂ ਇਹੋ ਹੀ ਗੱਲਾਂ ਬਾਤਾਂ ਕਰਦੇ ਕਿ ਜਿਹੜੇ ਆਪਣੇ ਇੱਥੇ ਜੋ ਵੀ ਆਪਾਂ ਗੱਲ ਕਰਦੇ ਕਰ ਲੈਂਦੇ ਆ ਕਰਦੇ ਆ, ਇੱਥੋਂ ਹੀ ਜਿਹੜੇ ਆਈਡੀਆ ਹੈਗੇ ਆ ਇਫੈਕਟਿਵ ਮਿਲਦੇ ਹੈਗੇ ਆ ਕਿ ਕਿੱਥੇ ਜਾਣਾ ਕੀ ਕਰਨਾ ਹੈਗਾ। ਸੋ ਓਬਵੀਅਸਲੀ ਜਿਹੜੀਆਂ ਇਹ ਅਗੇਨ ਜਿਹੜੇ ਇੰਜਨ ਹੈਗੇ ਆ ਇਸ ਵੇਲੇ ਵੀ ਜਿਹੜੇ ਮੈਨੂਫੈਕਚਰ ਹੈਗੇ ਉਹ ਟਰਾਈ ਕਰ ਰਹੇ ਆ ਕਿ ਗਾਈਡਲਾਈਨਸ ਮੀਟ ਕਰਨ ਦੀ। ਸੋ ਜਦੋਂ ਗਾਈਡਲਾਈਨਸ ਦੇ ਤੁਹਾਡੇ ਕੋਲ ਬਿਲਕੁਲ ਸਟ੍ਰਿਕਟ ਟਾਈਮ ਹੈਗਾ, ਬਿਲਕੁਲ ਥੋੜਾ ਟਾਈਮ ਹੈਗਾ, ਉਹਦੇ ਵਿੱਚ ਫਿਰ ਜਿਵੇਂ ਤਿਵੇਂ ਕੁਛ ਨਾ ਕੁਛ ਕਰਨਾ ਹੁੰਦਾ। ਸੋ ਇਦਾਂ ਹੀ ਪਹਿਲਾਂ ਹੋਇਆ ਸੀਗਾ। ਹੁਣ ਦੇਖਦੇ ਕਿ ਜਿਹੜੇ ਅੱਗੇ ਵਾਲੇ ਆ, ਜਿਹੜੀ ਹੁਣ EPA ਜਿਹੜੀ ਆ EPA ਨੂੰ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਐਮਿਸ਼ਨ ਕੰਟਰੋਲ ਦੀ ਗੱਲ ਕੀਤੀ ਗਈ ਆ, ਉਹਦੇ ਵਿੱਚ ਡੈਫੀਨੇਟਲੀ ਉਹਨਾਂ ਨੇ, ਆਪਾਂ ਜਦੋਂ ਪਿਛਲੀ ਵਾਰੀ ਮੇਰੇ ਖਿਆਲ 2 ਪ੍ਰੋਗਰਾਮ ਪਹਿਲਾਂ ਆਪਾਂ ਗੱਲ ਕੀਤੀ ਸੀ, ਉਹਨਾਂ ਨੇ ਜਿਹੜੀ ਆਪਣੀ ਜਿਹੜੀ ਵਾਰੰਟੀ ਆ ਉਹ ਕਾਫੀ ਵਧਾਉਣ ਦੀ ਗੱਲ ਕੀਤੀ ਆ। ਹਾਂਜੀ, ਆਈ ਥਿੰਕ ਉਹੀ ਉਸੇ ਦੀ ਸ਼ਾਇਦ ਗੱਲ ਕਰ ਰਹੇ 4.5 ਲੱਖ ਮੀਲਾਂ ਤੱਕ ਜਿਹੜੀ ਆ ਉਹ ਮੇ ਬੀ ਉਸੇ ਦੇ ਨਾਲ ਇਨਕਲੂਡਿਡ ਆ ਜਾਂ ਜਿੱਦਾਂ ਆ। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ। ਜਿਹਨਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਆਪਦੇ ਵਿਚਾਰ ਹੁੰਦੇ ਆ, ਨਾਲੇ ਮਰਜ਼ੀ ਵੀ ਸਾਰਿਆਂ ਦੀ ਆਪਦੀ ਹੁੰਦੀ ਆ। ਬੰਦਾ ਅਕੋਰਡਿੰਗ ਟੂ ਆਪਦੇ ਹਿਸਾਬ ਨਾਲ ਡਿਸੀਜ਼ਨ ਬਣਾਉਣਾ ਨਾ। ਜਦੋਂ ਤੁਸੀਂ ਗੱਲ ਕੀਤੀ ਸੀ ਪ੍ਰੋਗਰਾਮ ਜਦੋਂ ਸ਼ੁਰੂ ਹੋਇਆ ਸੀ ਬਈ ਨਵੇਂ ਜਿਹੜੇ ਡਰਾਈਵਰ ਆ ਰਹੇ ਇਸ ਟਾਈਮ ਟਰੱਕਿੰਗ ਇੰਡਸਟਰੀ 'ਚ ਉਹਨਾਂ ਨੂੰ ਟਰੱਕ ਲੈਣਾ ਚਾਹੀਦਾ ਕਿ ਨਹੀਂ ਨਾ। ਮੇਰੇ ਵਿਚਾਰ ਤਾਂ ਇਹ ਆ ਵੀ ਕੋਈ ਫਾਇਦਾ ਨਹੀਂ ਆਪਦਾ ਟਰੱਕ ਲੈਣ ਨੂੰ ਇਸ ਟਾਈਮ। ਜੇ ਤੁਸੀਂ ਡਰਾਈਵਰ ਕਰਕੇ ਉਹਨਾਂ ਪੈਸਾ ਕਮਾਉਣੇ ਆ, ਜੇ ਆਪਦਾ ਟਰੱਕ ਨਾ ਖਰੀਦ ਕਰ ਲੈ ਕੇ ਫਿਰ ਬਾਹਲਾ ਕੋਈ ਫਾਇਦਾ ਨਹੀਂ ਨਾ। ਜੇ ਤੁਸੀਂ ਆਪਦਾ ਟਰੱਕ ਲੈਣੇ, ਇੰਨੀ ਵੱਡੀ ਰਿਸਕ ਲੈਣੇ, ਪਹਿਲੀ ਗੱਲ ਕਰਜ਼ਾ ਵੀ ਬਹੁਤ ਵੱਡਾ ਲੈਣਾ ਪੈਂਦਾ। 2 ਲੱਖ ਤੋਂ ਘੱਟ ਟਰੱਕ ਨਹੀਂ ਆਉਂਦਾ ਇਸ ਟਾਈਮ। ਨਾਲੇ ਇੰਨਾ ਮਹਿੰਗਾ ਸਾਰਾ ਕੁਝ ਹੋਇਆ, ਮਹਿੰਗਾਈ, ਖਰਚਾ ਡੀਜ਼ਲ ਦਾ, ਸਾਰੇ ਪ੍ਰੋਵੇਟਰ। ਆਈ ਥਿੰਕ ਜੇ ਤੁਸੀਂ ਇੰਨਾ ਰਿਸਕ ਲੈਣੀ ਆ ਜਾਂ ਇੰਨਾ ਹੈਡਕ ਲੈਣਾ, ਮੈਂ ਸਮਝਦਾ ਵੀ ਸਾਨੂੰ ਨਾ 3-4 ਹਜ਼ਾਰ ਜ਼ਿਆਦਾ ਪਾਉਣਾ ਚਾਹੀਦਾ ਜੇ ਤੁਸੀਂ ਓਨਰ ਆਪਰੇਟਰ ਬਣਨਾ ਡਰਾਈਵਰ ਤੋਂ ਨਾ। ਸੋ ਜੇ ਡਰਾਈਵਰ ਤੇ ਓਨਰ ਆਪਰੇਟਰ ਸੇਮ ਕਮਾ ਰਹੇ ਇਸ ਟਾਈਮ ਫਿਰ ਬੜਾ ਫਾਇਦਾ ਨਹੀਂ ਮੈਨੂੰ ਲੱਗਦਾ। ਇਹ ਫਾਇਦਾ ਹੋ ਸਕਦਾ ਜੇ ਤੁਸੀਂ ਆਪਦਾ ਟਰੱਕ ਲੈਂਦੇ ਆ ਵੀ ਤੁਹਾਨੂੰ ਚੱਲ ਥੋੜੀ ਫਰੀਡਮ ਮਿਲ ਜਾਂਦੀ ਹੈ, ਜਦੋਂ ਮਰਜ਼ੀ ਤੁਸੀਂ ਛੁੱਟੀ ਕਰ ਸਕਦੇ ਆ, ਜਾਂ ਤੁਹਾਨੂੰ ਕੋਈ ਸ਼ੌਂਕ ਹੋਊਗਾ ਵੀ ਮੈਂ ਆਪਦਾ ਟਰੱਕ ਲੈਣਾ ਨਾ। ਮੈਨੂੰ ਨਹੀਂ ਵਾਲਾ ਕੋਈ ਮਤਲਬ ਫਾਇਦਾ ਲੱਗਦਾ ਵੀ ਆਪਦਾ ਟਰੱਕ ਲੈ ਕੇ ਇਸ ਟਾਈਮ ਨਾ ਕੋਈ ਨਾ ਫਾਇਦਾ ਹੋਗਾ ਬੰਦੇ ਨੂੰ। ਸੋ ਮੇਰੇ ਵਿਚਾਰ ਆ ਨਾ, ਆਈ ਥਿੰਕ ਆਪਦੀ ਮਰਜ਼ੀ ਹੁੰਦੀ ਆ, ਪਰ I think at least like a driver ਇਸ ਟਾਈਮ 60 cents mile per mile ਮਿਲਦੇ ਆ। ਨਾਲੇ ਜੇ ਆਵਰਲੀ ਤੁਸੀਂ ਕੰਮ ਕਰਦੇ ਆ $25 ਤੋਂ ਘੱਟ ਨਹੀਂ ਮਿਲਦਾ। ਸੋ 6-7 ਹਜ਼ਾਰ ਡਾਲਰ ਡਰਾਈਵਰ ਵੀ ਕਮਾ ਸਕਦਾ। ਹੁਣ ਮੈਂ ਓਨਰ ਆਪਰੇਟਰ ਛੱਡਿਆ ਹੋ ਗਿਆ ਸਾਲ ਪਹਿਲਾਂ ਨਾ, ਮੈਨੂੰ ਪਤਾ ਨਹੀਂ ਹੁਣ ਕਿੰਨਾ ਕਮਾਉਂਦੇ ਆ ਓਨਰ ਆਪਰੇਟਰ, ਪਰ ਆਈ ਥਿੰਕ ਬਰਾਬਰ ਹੀ ਆਲਮੋਸਟ ਕੰਮ ਹੋ ਗਿਆ। ਸੋ ਸੋਚਣਾ ਚਾਹੀਦਾ ਬੰਦੇ ਨੂੰ, ਜਦੋਂ ਰਮਨ ਭਾਜੀ ਕਹਿੰਦੇ ਨੇ ਵੀ ਆਪਦੇ ਨੰਬਰ ਵਰਕ ਆਊਟ ਕਰੋ ਨਾ, ਤੁਹਾਨੂੰ ਫਾਇਦਾ ਕਿੱਧਰ ਆ। ਨਾਲੇ ਤੁਸੀਂ ਜੇ ਓਨਰ ਆਪਰੇਟਰ ਬਣਦੇ ਤੁਹਾਨੂੰ ਸੈਕਰੀਫਾਈਸ ਕਿੰਨੀ ਕਰਨੀ ਪੈਂਦੀ ਆ, ਮਕੈਨਿਕਾਂ ਦੇ ਗੇੜੇ ਮਾਰੀ ਜਾਓ, ਮਿਹਨਤਾਂ ਕਰੋ ਨਾ, ਫਿਰ ਸਾਰਾ ਕੁਛ ਉੱਪਰ ਇੰਨਾ ਹੈਡਕ ਆ ਨਾ। ਸੋ ਜੇ ਤੁਸੀਂ ਹੈਡਕ ਤੋਂ ਬਗੈਰ ਤੁਸੀਂ ਉਨਾ ਪੈਸਾ ਕਮਾਈ ਜਾਂਦੇ ਆ, ਫਾਇਦਾ ਕੀ ਆ ਆਪਦੇ ਟਰੱਕ ਲੈਣ ਦਾ। ਸੋ ਆਪਦੇ ਵਿਚਾਰ ਹੁੰਦੇ ਆ, ਮੇ ਵੀ ਆਪਣੇ ਕਾਲ ਡਿਸਐਗਰੀ ਕਰੋਗੇ ਮੇਰੇ ਨਾਲ, ਪਰ ਮੈਂ ਸਮਝਦਾ ਕਿ ਬੜਾ ਫਾਇਦਾ ਨਹੀਂ ਆਪਦੇ ਟਰੱਕ ਲੈਣ ਦਾ ਇਸ ਟਾਈਮ। ਥੈਂਕ ਯੂ ਅਮਰਜੀਤ ਜੀ। ਇੰਡਸਟਰੀ ਟਰੱਕ ਦੀ ਸਪਲਾਈ ਵੀ ਬਹੁਤ ਵਧੀਆ ਆ ਇਸ ਟਾਈਮ ਜੀ। ਸੋ ਸਪਲਾਈ ਐਂਡ ਡਿਮਾਂਡ ਦੀ ਗੱਲ ਵੀ ਆ ਜਾਂਦੀ ਆ। ਥੈਂਕ ਯੂ ਅਮਰਜੀਤ ਜੀ। ਕੋਈ ਗੱਲ ਨਹੀਂ ਜੀ, ਕੋਈ ਐਗਰੀ ਕਰਦਾ ਕੋਈ ਡਿਸਐਗਰੀ ਕਰਦਾ, ਦੈਟਸ ਓਕੇ। ਤੁਸੀਂ ਆਪਣੇ ਵਿਚਾਰ ਆਪਾਂ ਇਨਫੋਰਮੇਸ਼ਨ ਦੇ ਰਹੇ ਸਾਰੇ, ਜੇ ਕਿਸੇ ਨੇ ਮੰਨਣੀ ਤਾਂ ਵੀ ਠੀਕ ਆ, ਨਹੀਂ ਮੰਨਣੀ ਤਾਂ ਵੀ ਜੀ
ਜੀ ਥੈਂਕ ਯੂ, ਤੁਸੀਂ ਵਿਚਾਰ ਸਾਂਝੇ ਕੀਤੇ। ਰਾਜਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਹੱਥ ਜੋੜ ਕੇ ਬੇਨਤੀ ਆ ਭਾਈ ਅਮਰਜੀਤ ਸਿੰਘ ਨੂੰ, ਗੱਲ ਛੇਤੀ ਨਿਬੇੜਿਆ ਕਰੇ। ਰੇਡੂਆ ਕੱਟਣ ਵਾਲੇ ਬੋਰ ਹੋਈ ਦਾ ਵੀ ਬੰਦ ਕਰ ਦਈਏ ਵੀ ਪਲੀਜ਼, ਰਿਕੁਐਸਟ ਆ, ਗੱਲ ਛੋਟੀ ਰੱਖਿਆ ਕਰਨ ਜੀ। ਦੈਟਸ ਓਕੇ ਰਾਜਾ ਜੀ, ਕੋਈ ਗੱਲ ਨਹੀਂ ਜੀ, ਠੀਕ ਹੈ ਠੀਕ ਜੀ ਜੀ। ਗੁੱਸਾ ਨਾ ਕਰਨ। ਤੇ ਦੂਜੀ ਗੱਲ ਮੈਂ ਕਹਿਣਾ, ਜਿਹੜੇ ਅਫੈਟਕੋ ਨੂੰ ਇਹਨਾਂ ਦਿੱਤੇ ਜੀ ਮੋਡੈਸਟੋ ਟਰੱਕ, ਟੈਕਸ ਵਾਲਿਆਂ ਨੇ ਉਹ ਦੇਖਿਆ ਉਹਨੇ ਤੇ ਕਾਰਾਂ ਦੇ ਟੋ ਹੋਈ ਜਾਂਦੇ ਆ, ਇਹਨਾਂ ਦਾ ਬੁਰਾ ਹਾਲ ਹੀ ਆ। ਕੋਈ ਹਜੇ ਪਾਸ ਨਹੀਂ ਆਪਾਂ ਕਹਿ ਸਕਦੇ। ਟੋ ਵਾਲੇ ਟਰੱਕ ਵਿਚਾਰੇ ਪਿੱਛੇ ਪਿੱਛੇ ਫਿਰਦੇ ਆ, ਉਹਨਾਂ ਦੇ ਪਤਾ ਨਹੀਂ ਕਿੱਥੇ ਖੜ ਜਾਣਾ ਉਹ। ਮੈਂ ਲਾਈਟ ਲੋਡ ਹੁੰਦਾ ਉਹਦੇ ਤੇ, ਲਾਈਟ ਲੋਡ ਹੁੰਦਾ। ਇਹੀ ਕਹਿਣਾ ਜੀ। ਥੈਂਕ ਯੂ ਜੀ, ਧੰਨਵਾਦ ਜੀ। ਟੋ ਵਾਲਿਆਂ ਨੂੰ ਹੁਣ ਪੱਕੀ ਫੇਰ ਮਤਲਬ ਮੱਛੀ ਕੁੰਡੀ ਚ ਇਹਨਾਂ ਦੀ ਫਸੀ ਆ ਵੀ ਜਿੱਥੇ ਟੈਸਲਾ ਵਾਲੇ ਜਾਂਦੇ ਮਗਰ ਮਗਰ ਜਾਓ, ਜਿਸ ਹਿਸਾਬ ਨਾਲ ਇਹ ਜਿਹੜਾ ਹੁਣ ਦੱਸ ਰਹੇ ਹੈਗੇ ਜੀ। ਰਮਨ ਜੀ, ਰਮਨ ਜੀ ਮੈਨੂੰ ਲੱਗਦਾ ਉਹਨਾਂ ਦਾ ਹਾਂਜੀ ਜਿਹੜੀ ਸਿਚੁਏਸ਼ਨ ਹੈਗੀ ਇਹਦਾ ਆਪਾਂ ਨੂੰ ਪਤਾ ਹੀ ਹੈ ਕਿ ਮੈਂ ਇਸ ਕਰਕੇ ਕਹਿੰਦਾ ਕਿ ਜਿਹੜੇ ਅਜੇ ਤੱਕ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਆ, ਕੰਸਨਟਰੇਟ ਕਰੋ ਕਿ ਜਿਹੜੀ ਹੋਰ ਅੱਗੇ ਟੈਕਨੋਲੋਜੀ ਥੋੜੀ ਜਿਹੀ ਹੋਰ ਡਿਵੈਲਪ ਹੋ ਜਾਵੇ। ਜਿਹੜੇ ਵੀ ਲੋਕੀ ਆ ਥੋੜੇ ਇਲੈਕਟ੍ਰਿਕ ਟਰੱਕ ਦੇ ਪਿੱਛੇ ਜਿੱਦਾਂ ਆਰਡਰਿੰਗ ਤੇ ਪਏ ਆ ਜਾਂ ਆਰਡਰ ਕਰ ਰਹੇ ਆ, ਕਿਉਂਕਿ ਉਹੋ ਹੀ ਚੀਜ਼ਾਂ ਜਿਹੜੀਆਂ ਕੰਪਨੀਆਂ ਨੂੰ ਵੀ ਐਕਸਾਈਟ ਕਰ ਦਿੰਦੀਆਂ ਵੀ ਇੰਨੇ ਕੁ ਆਰਡਰ ਆ ਗਏ ਆ, ਪਤਾ ਨਹੀਂ ਅਸੀਂ ਕੀ ਕਰ ਦੇਣਾ। ਤੋ ਮੇਰੇ ਖਿਆਲ ਅਜੇ ਵੇਟ ਐਂਡ ਵਾਚ ਕਰੋ, ਕੋਈ ਜ਼ਰੂਰੀ ਨਹੀਂ ਹੈਗਾ ਇੰਨੀ ਕਾਹਲੀ ਕਰਨ ਦੀ। ਨਹੀਂ ਬਿਲਕੁਲ। ਹਰਭਿੰਦਰ ਤੂੰ ਹੁਣੀ ਕਹਿੰਦੇ ਆ ਵੀ ਜਿਹੜੀ ਕਿਸੇ ਨੇ ਸਲਾਹ ਦਿੱਤੀ ਸੀ ਪਹਿਲਾਂ ਇੱਕ ਕਾਲਰ ਨੇ ਵੀ ਟਾਇਰ ਦੇ ਰਿਮ ਦੇ ਨਾਲ ਜਿਹੜਾ ਉਹ ਫੁੱਲ ਏਅਰ ਕਰਕੇ ਜਿਹੜਾ ਉਹ ਰੱਖੋ। ਕਹਿੰਦੇ ਵੀ ਜਦੋਂ ਮੇਰਾ 80,000 ਪਾਊਂਡ ਵੇਟ ਆ ਤੇ ਜਦੋਂ ਟਾਇਰ ਇਨਕਲੂਡਿੰਗ ਰਿਮ ਹਵਾ ਦੇ ਨਾਲ, ਤੇ ਉਹ ਫਿਰ ਗ੍ਰੋਸ ਵੇਟ ਉਹਨਾਂ ਦਾ ਉੱਤੇ ਟੱਪ ਜਾਂਦਾ ਆ। ਸੋ ਕਹਿੰਦੇ ਵੀ ਇਹਦੇ ਲਈ ਇਕੱਲਾ ਟਾਇਰ ਹੀ ਜਿਹੜਾ ਉਹ ਸਫੀਸ਼ੀਐਂਟ ਆ। ਕੀ ਇੱਕ ਇੱਦਾਂ ਟਾਇਰ ਭਰਿਆ ਰੱਖਣ ਦੇ ਨਾਲ ਜਿਹੜਾ ਗ੍ਰੋਸ ਵੇਟ ਆ ਉੱਤੇ ਜਾਣ ਦੇ ਨਾਲ ਕੋਈ ਫਿਰ ਇਹਦੇ ਨਾਲ ਪ੍ਰੋਬਲਮ ਵੀ ਆਉਂਦੀ ਹੈ ਰਮਨ ਜੀ? ਇੱਦਾਂ ਬਹੁਤ ਘੱਟ ਸਿਚੁਏਸ਼ਨ ਹੁੰਦੀ ਆ, ਇੰਨਾ ਫਰਕ ਨਹੀਂ ਪੈਂਦਾ ਹੈਗਾ। ਕਿਉਂਕਿ ਤੁਹਾਡਾ ਜਿਹੜਾ ਟਾਇਰ ਹੈਗਾ ਆ ਉਹ ਤਾਂ ਜੇ ਤੁਹਾਡਾ ਦੇਖੋ, ਤੁਸੀਂ ਜੋ ਸਮਾਨ ਤੁਹਾਡੇ ਟਰੱਕ ਤੇ ਲੱਗਾ ਆ, ਜੋ ਕਈ ਵਾਰੀ ਹੁਣ ਜਦੋਂ ਤੁਸੀਂ ਟਰੱਕ ਲੋਡ ਕਰਨ ਜਾਂਦੇ ਆ, ਜਿੱਥੇ ਵੇਟ ਸੈਂਟਰਿਕ ਲੋਡ ਹੁੰਦਾ ਨਾ, ਜਿੱਥੇ ਤੁਹਾਨੂੰ ਨਾ ਵੇਟ ਦੇ ਹਿਸਾਬ ਨਾਲ ਤੁਹਾਨੂੰ ਤੋਰਨਾ ਆ, ਤੇ ਉਹ ਪਹਿਲਾਂ ਤੁਹਾਨੂੰ ਕਹਿ ਦਿੰਦੇ ਆ ਕਈ ਵਾਰੀ। ਕਈ ਜਿਹੜੇ ਖਾਸ ਕਰਕੇ ਮੈਂ ਜੇ ਕਹਾਂ ਫਲੋਰੀਡਾ ਦੇ ਵਿੱਚ ਜਿਹੜਾ ਔਰੇਂਜ ਜੂਸ ਆਉਂਦਾ ਹੈ ਨਾ, ਉੱਥੇ ਹਮੇਸ਼ਾ ਇਹ ਗੱਲ ਕਹਿੰਦੇ ਆ ਵੀ ਟਰੱਕ ਦਾ ਡੀਜ਼ਲ ਜਿਹੜਾ ਆ ਨਾ ਉਹ ਸਿਰਫ ਅੱਧਾ ਟੈਂਕ ਭਰਾ ਕੇ ਲੈ ਕੇ ਆਵੇ। ਕਿਉਂਕਿ ਉਹਨਾਂ ਨੇ ਉਹ ਸਕੇਲ ਤੇ ਖੜਾ ਕਰਕੇ ਲੋਡ ਕਰਦੇ ਆ ਜਾਂ ਸਕੇਲ ਕਰਦੇ, ਉੱਥੇ ਸਾਰਾ ਕੁਛ ਕਰਕੇ ਉਹਨਾਂ ਪੂਰਾ 80,000 ਪਾਊਂਡ ਕਰਕੇ ਤੋਰਨਾ। ਤੇ ਜਦੋਂ ਤੁਸੀਂ ਫਿਰ ਰਾਹ ਜਾਣ ਕੇ ਡੀਜ਼ਲ ਦਾ ਟਰੱਕ ਭਰਾਉਣਾ, ਉਦੋਂ ਤੁਹਾਡਾ ਓਵਰਵੇਟ ਹੋ ਜਾਣਾ, ਠੀਕ ਆ। ਪਰ ਜਦੋਂ ਜੇ ਤੁਸੀਂ ਆਪਣਾ ਟਰੱਕ ਤੇ ਜਦੋਂ ਤੁਹਾਡਾ ਟਾਇਰ ਪਿਆ ਆ, ਸਾਰਾ ਕੁਝ ਪਿਆ ਆ, ਤੇ ਇਹ ਨਹੀਂ ਹੈਗਾ ਕਿ ਜਿਹੜਾ ਸ਼ਿਪਰ ਹੈਗਾ ਉਹ ਕਹਿੰਦਾ ਵੀ ਮੈਂ 80,000 ਲੈਣਾ, ਆਪਣੇ ਟਰੱਕ ਤੋਂ 4 ਟਾਇਰ ਲਾ ਕੇ ਰੱਖ ਦੇ ਕਿਉਂਕਿ ਮੇਰਾ 80,000 ਜਾਣਾ ਚਾਹੀਦਾ। ਨਹੀਂ, ਟਰੱਕ ਤੇ ਜੋ ਸਮਾਨ ਹੈਗਾ, ਜੋ ਲੱਗਾ, ਈਵਨ ਟਰੱਕ ਤੇ ਤੁਹਾਡਾ APU ਲੱਗਾ, ਉਹਦਾ 400 ਪਾਉਂਡ ਦਾ ਐਗਜ਼ੰਪਸ਼ਨ ਸੀ ਤੁਹਾਡੀ, ਠੀਕ ਹੈ। ਹਰ ਚੀਜ਼ ਦੀ ਜਿਹੜੀ ਟਰੱਕ ਤੇ ਲੋੜੀਂਦੀ ਚੀਜ਼ ਹੈ ਤੁਹਾਡੀ। ਹੁਣ ਜੇ ਤੁਹਾਡਾ ਇੱਕ ਸਪੇਅਰ ਟਾਇਰ ਵਿਦ ਰਿਮ ਵਿਦ ਸਾਰਾ ਕੁਝ ਪਿਆ, ਤੇ ਤੁਹਾਨੂੰ ਸ਼ਿਪਰ ਇਹ ਨਹੀਂ ਕਹਿ ਸਕਦਾ ਕਿ ਰਿਮ ਲਾ ਕੇ ਰੱਖ ਦੇ ਤੇ ਮੈਂ ਆਪਣਾ ਲੋਡ ਲੱਦਣਾ ਹੈ। ਨੋ, ਤੁਹਾਡੀ ਸੇਫਟੀ ਲਈ ਜਾਓ ਤੇ ਅਕੋਰਡਿੰਗਲੀ ਕਰਨਾ। ਸੋ ਇਹਦਾ ਕੋਈ ਫਰਕ ਨਹੀਂ ਹੈਗਾ ਕਿ ਤੁਹਾਨੂੰ 80,000 ਹੁਣ ਜਦੋਂ ਤੁਸੀਂ ਇੱਧਰ ਜੇ ਔਰੇਗਨ ਦੇ ਵਿੱਚੋਂ ਲੱਕੜਾਂ ਚੁੱਕ ਕੇ ਵਾਪਸ ਆਉਣੇ, ਤੇ ਉਹ ਐਕਚੁਅਲੀ ਰਾਜਗੜ੍ਹ ਤੁਹਾਨੂੰ ਸਕੇਲ ਦੇ ਉੱਤੇ ਖੜਾ ਕਰਕੇ ਤੁਹਾਨੂੰ ਲੋਡ ਕਰਦੇ ਆ। ਸੋ ਕੰਡਾ ਦੇਖਦੇ ਰਹਿੰਦੇ, ਜਦੋਂ ਇਹ ਪੂਰਾ 80,000 ਉਦੋਂ ਤੋਰਦੇ ਆ। ਠੀਕ ਹੈ। ਸੋ ਇਹ ਜੇ ਤੁਹਾਡਾ ਜਿਹੜਾ ਟਾਇਰ ਆ ਨਾ, ਜੇ ਉੱਤੇ ਰਿਮ ਦੇ ਉੱਤੇ ਲੱਗਾ ਹੈ, ਤੇ ਉਹਦਾ ਕੋਈ ਵੇਟ ਦੇ ਨਾਲ ਕੋਈ ਫਰਕ ਨਹੀਂ, ਕਿਉਂਕਿ ਉਹ ਤੁਹਾਡਾ ਤੁਹਾਨੂੰ ਚਾਹੀਦਾ। ਉਹ ਇਹ ਨਹੀਂ ਕਹਿ ਸਕਦੇ ਵੀ ਭਾਈ ਆਪਣੀ ਸੇਫਟੀ ਆ ਉਸ ਚੀਜ਼ ਨੂੰ ਜਿਹੜਾ ਤੁਸੀਂ ਬੇਦਰਕਨਾਰ ਕਰਕੇ ਤੇ ਮੇਰੇ ਜਿਹੜੇ 100 ਪਾਉਂਡ 200 ਪਾਉਂਡ ਵੱਧ ਲੈ ਕੇ ਜਾ। ਜੀ ਹਰਜੋਤ ਜੀ ਬਿਲਕੁਲ। ਸੋ ਰਮਨ ਜੀ, ਇੱਕ ਕਿਉਂਕਿ ਸਾਡਾ ਸਮਾਂ ਵੀ ਸਮਾਪਤੀ ਵੱਲੇ ਹੀ ਆ, ਜਾਂਦੇ ਜਾਂਦੇ ਜ਼ਰੂਰ, ਕਿਉਂਕਿ ਮੀਂਹ ਬਹੁਤ ਪੈ ਰਿਹਾ, ਸਨੋ ਆਈਸੀ ਕੰਡੀਸ਼ਨਸ ਹੈਗੀਆਂ ਆ। ਸੋ ਆਈਸੀ ਕੰਡੀਸ਼ਨ 'ਚ ਟਰੱਕਰਸ ਨੇ ਕਿਸ ਤਰ੍ਹਾਂ ਜਿਹੜਾ ਡਰਾਈਵ ਕਰਨਾ, ਉਹ ਜ਼ਰੂਰ ਥੋੜ੍ਹੀਆਂ ਟਿਪਸ ਦੇ ਦਿਓ, ਕਿਉਂਕਿ ਕਿੰਨੇ ਮੈਂ ਦੇਖ ਰਿਹਾ ਸੀ ਕਿੰਨੇ ਟਰੱਕਾਂ ਦੇ ਐਕਸੀਡੈਂਟ ਹੋਏ ਆ, ਖਾਸ ਕਰਕੇ ਜਿਹੜੇ ਆਪਣੇ ਰੀਨੋ ਵੱਲ ਨੂੰ ਵੀ ਜਾ ਰਹੇ ਆ 80 ਦੇ ਉੱਤੇ, ਉਹਦੇ ਵਿੱਚ, ਤਾਂ ਕਿ ਕੋਈ ਜਿਹੜਾ ਕਿਸੇ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਇਹ ਜ਼ਰੂਰ ਤੁਸੀਂ ਟਿਪਸ ਇੱਕ ਵਾਰੀ ਫੇਰ ਦੇ ਦਿਓ ਸਾਰਿਆਂ ਨੂੰ।
ਬਿਲਕੁਲ ਜੀ, ਇਹ ਜਿਹੜੇ ਆਪਣੇ ਸਨੋ ਦੇ ਵਿੱਚ ਟਰੱਕ, ਪਹਿਲੀ ਗੱਲ ਤੇ ਹੈਗੀ ਆ ਕਿ ਜੇ ਤੁਸੀਂ ਟਰੱਕ ਸਨੋ ਵਿੱਚ ਨਹੀਂ ਚਲਾਇਆ ਤੇ ਪਲੀਜ਼ ਡੂ ਨਾਟ ਗੋ, ਸਨੋ ਦੇ ਵਿੱਚ ਨਾ ਜਾਓ। ਕੋਸ਼ਿਸ਼ ਕਰੋ ਆਪਣਾ ਰਾਊਟ ਚੇਂਜ ਕਰ ਲਓ। ਜੇ 80 ਤੇ ਜਾਂਦੇ ਆ ਤੁਸੀਂ 40 ਤੇ ਚਲੇ ਜਾਓ। ਜੇ ਤੁਹਾਨੂੰ 40 ਤੇ ਵੀ ਸਨੋ ਲੱਗਦੀ ਹੈਗੀ ਆ ਤੇ ਪਲੀਜ਼ ਗੈਟ ਆਫ ਦਾ ਰੋਡ, ਠੀਕ ਹੈ ਨਾ। ਜੇ ਤੁਸੀਂ ਰੋਡ ਤੋਂ ਲੱਥ ਜਾਓ, ਬੈਠ ਜਾਓ, ਆਰਾਮ ਨਾਲ ਥੱਲੇ ਬੈਠ ਜਾਓ, ਰੈਸਟ ਕਰ ਲਓ, ਕੁਛ ਕਰ ਲਓ। ਜਦੋਂ ਸਨੋ, ਮੈਂ ਖੁਦ ਆਪਣੀ ਗੱਲ ਹੀ ਆ ਕਿ ਮੈਂ ਕਦੀ ਸਨੋ ਜਦੋਂ ਪੈਂਦੀ ਸੀਗੀ ਮੈਂ ਨਾ ਚੇਨ ਪਾਇਆ ਕਦੀ ਵੀ, ਨਾ ਮੈਂ ਆਪਣਾ ਸਨੋ ਦੇ ਵਿੱਚ ਜ਼ਿਆਦਾ ਟਰੱਕ ਚਲਾਇਆ, ਕਿਉਂਕਿ ਜਦੋਂ ਤੁਸੀਂ ਨਹੀਂ ਤੁਹਾਡਾ ਦਿਲ ਕਰਦਾ, ਸੇਫਟੀ ਨਹੀਂ ਹੈਗੀ, ਨਾ ਚਲਾਓ। ਬਟ ਜੇ ਤੁਸੀਂ ਤੁਹਾਨੂੰ ਮਤਲਬ ਕਿ ਇਸ਼ੂ ਆ ਕੇ ਤੁਸੀਂ ਚਲਾਉਣਾ ਹੀ ਪੈਣਾ ਆ ਸਨੋ ਦੇ ਵਿੱਚ, ਤੇ ਸਿੰਪਲੀ ਇਹ ਆ ਕਿ ਜਦੋਂ ਤੁਹਾਡੀ ਸੜਕ ਜਿਹੜੀ ਆ, ਜਦੋਂ ਤੁਸੀਂ ਸੜਕ ਤੇ ਜਾ ਰਹੇ ਆ, ਜਦੋਂ ਤੁਸੀਂ ਟਰੱਕ ਚਲਾ ਰਹੇ, ਤੁਹਾਡੇ ਜਿਹੜੇ ਪਿਛਲੇ ਟ੍ਰੇਲਰ ਦੇ ਟਾਇਰ ਆ, ਆਲਵੇਜ਼ ਲੁੱਕ ਉੱਥੇ ਧਿਆਨ ਰੱਖੋ। ਜੇ ਤੇ ਤੁਹਾਡਾ ਪਾਣੀ ਜਿਹੜਾ ਉੱਡਦਾ ਆ, ਜਿੱਦਾਂ ਤੁਹਾਨੂੰ ਲੱਗਦਾ ਕਿ ਪਾਣੀ ਉੱਡ ਰਿਹਾ ਪਿੱਛੇ ਟ੍ਰੇਲਰ ਦੇ ਟਾਇਰਾਂ ਨਾਲ, ਤਾਂ ਤੁਸੀਂ ਉਦੋਂ ਤੱਕ ਤੁਸੀਂ ਸੇਫ ਹੈਗੇ ਥੋੜੇ ਬਹੁਤ। ਪਰ ਜਦੋਂ ਵੀ ਤੁਹਾਡਾ ਟ੍ਰੇਲਰ ਦਾ ਪਾਣੀ ਜਿਹੜਾ ਹੈ ਟ੍ਰੇਲਰ ਦੇ ਟਾਇਰਾਂ ਦੇ ਨਾਲ ਬੰਦ ਹੋ ਜਾਵੇ, ਪਰ ਤੁਹਾਨੂੰ ਸੜਕ ਗਿੱਲੀ ਦਿਖਦੀ, ਪਾਣੀ ਉੱਡ ਰਿਹਾ, ਤੇ ਦੈਟ ਇਜ਼ ਦਾ ਟਾਈਮ ਟੂ ਪੁੱਲ ਆਫ। ਉਹ ਜਿਹੜਾ ਟਾਈਮ ਹੁੰਦਾ ਉਹ ਪੁੱਲ ਆਫ ਕਰ ਲਓ। ਦੂਸਰੀ ਗੱਲ ਆ ਕਿ ਜਦੋਂ ਤੁਹਾਡਾ ਸਪੇਅਰ ਟਾਈਮ ਹੁੰਦਾ, ਲੋਕਲੀ ਤੁਸੀਂ ਇੱਥੇ ਹੈਗੇ ਆ, ਚੇਨਾਂ ਜੇ ਕਿਸੇ ਨੂੰ ਲੋੜ ਹੈਗੀ ਆ ਚੇਨ ਚੜਾਉਣ ਦੀ, ਤੁਸੀਂ ਟਰਾਈ ਕਰ ਸਕਦੇ ਆ, ਕੋਸ਼ਿਸ਼ ਕਰ ਸਕਦੇ ਆ। ਸਮਾਨ ਸਾਰਾ ਲੈ ਕੇ ਚੱਲੋ। ਮੋਸਟਲੀ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਚੇਨ ਰਿਕੁਆਇਰਮੈਂਟ ਹੈਗੀ ਆ, ਤੁਹਾਨੂੰ ਟਰੱਕ ਦੇ ਵਿੱਚ ਚੇਨਾਂ ਜਿਹੜੀਆਂ ਜ਼ਰੂਰ ਰੱਖ ਕੇ ਚੱਲਣੀਆਂ ਚਾਹੀਦੀਆਂ। ਸਨੋ ਦੇ ਟਾਈਮ ਦੇ ਵਿੱਚ ਜੇ ਤੁਸੀਂ ਬਾਹਰ ਜਾਣੇ ਇਸ ਟਾਈਮ 'ਚ, ਆਪਣੇ ਟਰੱਕ ਦੇ ਵਿੱਚ ਸੁੱਕਾ ਖਾਣ ਵਾਲਾ ਸਮਾਨ ਜ਼ਰੂਰ ਮਤਲਬ ਕਿ ਰੱਖੋ। ਜਦੋਂ ਵੀ ਤੁਸੀਂ ਸਨੋ ਏਰੀਏ ਦੇ ਐਂਟਰ ਕਰਨਾ, ਉਸ ਤੋਂ ਪਹਿਲਾਂ ਆਪਣਾ ਟਰੱਕ ਜ਼ਰੂਰ ਫਿਲ ਅਪ ਕਰੋ, ਆਪਣਾ ਰੀਫਰ ਫਿਲ ਅਪ ਕਰੋ, ਤਾਂ ਕਿ ਜੇ ਤੁਸੀਂ ਸਟੱਕ ਹੋ ਜਾਓ 1-2 ਦਿਨ ਲਈ, 3 ਦਿਨ ਲਈ, ਤੇ ਤੁਹਾਡਾ ਐਟਲੀਸਟ ਰੀਫਰ ਵਿੱਚ ਫਿਲ ਹੋਵੇ। ਦੂਸਰੀ ਗੱਲ ਇਹ ਆ, ਅਗੇਨ, ਜਿੱਥੇ ਤੁਹਾਨੂੰ 1% ਵੀ ਚਾਂਸ ਲੱਗਦਾ ਇਹ ਤੁਹਾਡੇ ਲਈ ਟਰੱਕ ਚਲਾਉਣਾ, ਪਲੀਜ਼ ਪੁੱਲ ਓਵਰ। ਤੁਹਾਨੂੰ ਕੋਈ ਵੀ ਕੰਪਨੀ ਜਿਹੜੀ ਆ ਐਜ਼ ਅ ਡਰਾਈਵਰ, ਕੋਈ ਵੀ ਕੰਪਨੀ ਤੁਹਾਨੂੰ ਫੋਰਸ ਨਹੀਂ ਕਰ ਸਕਦੀ ਕਿ ਤੁਸੀਂ ਇਹਦੇ ਵਿੱਚ ਚਲਾਉਣਾ ਹੀ ਚਲਾਉਣਾ ਹੈ, ਕੰਮ ਕਰਨਾ ਹੀ ਕਰਨਾ ਹੈ। ਸੋ ਪਲੀਜ਼ ਤੁਹਾਡੀ ਜਿਹੜੀ ਲਾਈਫ ਹੈਗੀ ਆ, ਤੁਹਾਡੀ ਜਿਹੜੀ ਜਾਨ ਹੈਗੀ ਆ, ਬਹੁਤ ਇੰਪੋਰਟੈਂਟ ਹੈਗੀ ਆ। ਘਰ 'ਚ ਬਹੁਤ ਜਾਣੇ ਵੇਟ ਕਰਦੇ ਆ, ਸਾਰਾ ਕੁਛ ਹੈਗਾ। ਸੋ ਪਲੀਜ਼ ਜੇ ਤੁਸੀਂ ਸੇਫ ਨਹੀਂ ਸਮਝਦੇ ਹੈਗੇ ਤੇ ਡੋਂਟ ਡਰਾਈਵ। ਸਭ ਤੋਂ ਪਹਿਲਾਂ ਵੈਦਰ ਰਿਪੋਰਟਸ ਜ਼ਰੂਰ ਚੈੱਕ ਕਰਿਆ ਕਰੋ, ਤੇ ਰੋਡਸ ਅੱਜ ਕੱਲ੍ਹ ਬਹੁਤ ਕਲੋਜ਼ ਹੁੰਦੀਆਂ। ਆਪਾਂ ਫਲੱਡਿੰਗ ਕਰਕੇ ਕੈਲੀਫੋਰਨੀਆ 'ਚ ਦੇਖਿਆ ਤਾਂ ਬਿਨਾਂ ਆਈਸ ਤੋਂ ਵੀ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵਿੱਚ ਜਿਹੜਾ ਹੈ ਨਾ ਫੂਡ, ਇਕੱਲਾ ਫੂਡ ਨਹੀਂ, ਬਲੈਂਕਟ, ਹੋਰ ਜਿਹੜੇ ਤੁਹਾਡੇ ਵਾਰਮ ਵਿੰਟਰ ਕਲੋਥਿੰਗ, ਪਾਣੀ, ਇਹ ਸਾਰਾ ਕੁਝ ਚਾਹੀਦਾ, ਕਿਉਂਕਿ ਐਕਸੀਡੈਂਟ ਹੋ ਗਿਆ, ਰੋਡ ਬਲੋਕੇਜ ਆ 1-2 ਦਿਨ ਦੇ ਲਈ, ਤੇ ਜੇ ਸੇਫਟੀ ਆਫ ਦਾ ਰੋਡ ਪੁੱਲ ਕਰ ਲਾ ਉਹਨੂੰ ਟਰਮੀਨਲ ਤੇ ਕਿਤੇ ਵੀ, ਹਨ। ਸੋ ਸਪੀਡ ਨੂੰ ਬੜੀ ਕਹਿੰਦੇ ਵਾਚ ਕਰੋ ਆਈਸੀ ਕੰਡੀਸ਼ਨ ਦੇ ਵਿੱਚ। ਬਹੁਤ ਸਾਰੇ ਲੋਕ, ਖਾਸ ਕਰਕੇ ਕੈਲੀਫੋਰਨੀਆ ਵਾਲੇ, ਉਹਨਾਂ ਦਾ ਤਜਰਬਾ ਨਹੀਂ ਹੁੰਦਾ ਸਨੋ ਦੇ ਵਿੱਚ ਡਰਾਈਵ ਕਰਨ ਦਾ, ਆਈਸ ਦੇ ਵਿੱਚ, ਸੋ ਉਹਨਾਂ ਨੂੰ ਬਹੁਤ ਇਹ ਧਿਆਨ ਰੱਖਣ ਜੋ ਗੱਲ ਹੈਗੀ ਆ। ਜੀ। ਦੂਸਰੀ ਗੱਲ ਹਰਜੋਤ ਭਾਜੀ ਇੱਕ ਆ ਕਿ ਕਿਸੇ ਦੂਜੇ ਨੂੰ ਦੇਖ ਕੇ ਨਾ ਸੋਚੋ ਵੀ ਉਹ ਭਜਾਈ ਜਾਂਦਾ ਤੇ ਮੈਂ ਵੀ ਭਜਾ ਲਵਾਂ। ਉਹ ਸਾਰਿਆਂ ਨੂੰ ਡੇਂਜਰਸ ਗੱਲ ਆ। ਉੱਥੇ ਤਾਂ ਸਾਰਿਆਂ ਨੂੰ ਵੱਡਾ ਉੱਥੇ ਬਹਿੰਦਾ। ਕਈ ਡਰਾਈਵਰ ਹੈਗੇ ਆ ਜਿਹੜੇ ਕੈਨੇਡੀਅਨ ਡਰਾਈਵਰ ਹੈਗੇ ਆ, ਰਸ਼ੀਅਨ ਡਰਾਈਵਰ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਸਲੋ ਚਲਾਉਣ ਦਾ, ਉਹ ਚਲਾ ਸਕਦੇ ਆ। ਉਹਨਾਂ ਦੇ ਟਾਇਰ ਉੱਦਾਂ ਦੇ ਆ, ਉਹਨਾਂ ਦਾ ਸਿਸਟਮ ਉੱਦਾਂ ਦਾ ਬਣਿਆ ਹੈ। ਪਰ ਜੇ ਤੁਸੀਂ ਉਹਨਾਂ ਨੂੰ ਦੇਖ ਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਡੈਫੀਨੇਟਲੀ ਪ੍ਰੋਬਲਮ ਹੈ। ਜੀ। ਆਪਣੇ ਅਗਲੇ ਕਾਲਰ ਨੇ ਧਰਮ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ ਜੀ, ਮੈਂ ਉਹ ਗੱਲ ਕਰਨੀ ਸੀ, ਕਨੈਟੀਕਟ ਸਟੇਟ ਨੇ ਨਵਾਂ ਉਹ ਹਾਈਵੇ ਟੈਕਸ ਸ਼ੁਰੂ ਕੀਤਾ ਆ। ਕਿਹੜੀ ਸਟੇਟ ਨੇ ਜੀ? ਕਨੈਟੀਕਟ ਨੇ, ਠੀਕ ਹੈ। ਹਾਂਜੀ, ਉਹ ਬੜਾ ਕੰਪਲੀਕੇਟਡ ਆ। ਮੈਂ ਕਾਲ ਵੀ ਕੀਤੀ ਉਹਨਾਂ ਦੇ ਆਫਿਸ 'ਚ ਸੀ, ਗਵਰਨਰ ਵਾਲੇ ਆਫਿਸ 'ਚ, ਤੇ ਉਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋ ਪਾਈ। ਉਹ ਤੁਹਾਨੂੰ ਐਵਰੀ ਮੰਥ ਭਰਨਾ ਪੈਣਾ ਆ। ਉਹ ਐਵਰੀ ਮੰਥ ਦਾ ਤੁਹਾਨੂੰ। ਇਹ ਕਿਹੜਾ ਟੈਕਸ ਆ ਜੀ ਉੱਥੇ ਟਰੱਕ ਦੇ ਉੱਤੇ? ਉਹਨਾਂ ਨੇ ਕੋਈ ਲਾਇਆ ਟਰੱਕ ਮਾਈਲੇਜ ਤੇ ਲਾਇਆ, ਕਾਤੇ ਲਾਇਆ? ਹਾਂਜੀ, ਟਰੱਕ ਮਾਈਲੇਜ ਤੇ ਲਾਇਆ। ਜਿੱਦਾਂ ਆਪਾਂ ਨਿਊਯਾਰਕ ਦਾ ਹੱਟ ਭਰਦੇ ਆ ਜਾਂ ਉਹਦਾ ਕੰਟਕੀ ਵਗੈਰਾ ਦਾ ਭਰਦੇ ਆ, ਉਦਾਂ ਹੀ ਉਹਨਾਂ ਨੇ ਨਿਊ ਸਟਾਰਟ ਕੀਤਾ ਆ। ਫਿਰ ਐਵਰੀ ਮੰਥ ਤੁਹਾਨੂੰ ਭਰਨਾ ਪੈਣਾ ਹੈ ਜੀ। ਠੀਕ ਹੈ। ਤੇ ਉਹਦੇ ਵਾਸਤੇ ਕੋਈ ਜੇ ਪਟੀਸ਼ਨ ਸ਼ੁਰੂ ਕੀਤੀ ਜਾਵੇ ਜਾਂ ਕੁਛ, ਤਾਂ ਦੱਸਿਓ ਪਲੀਜ਼ ਕਿ ਘੱਟੋ ਘੱਟ ਐਟਲੀਸਟ ਉਹਨੂੰ ਕੁਆਟਰਲੀ ਕਰਨ ਜਾਂ ਐਵਰੀ 6 ਮੰਥ ਜਾਂ ਕੁਛ ਕਰਨ, ਕਿਉਂਕਿ ਐਵਰੀ ਮੰਥ ਤਾਂ ਜਿਨ੍ਹਾਂ ਨੇ ਸਿੰਗਲ ਟਰੱਕ ਜੋ ਆਪ ਚਲਾਉਂਦੇ ਆ ਉਹਨਾਂ ਲਈ ਵੀ ਮੁਸ਼ਕਿਲ ਹੈ, ਜਾਂ ਜੋ ਪੈਸੇ ਦੇ ਕੇ ਅੱਗੇ ਕਿਸੇ ਤੋਂ ਕਰਵਾ ਰਹੇ ਆ ਉਹਨਾਂ ਦਾ ਵੀ ਖਰਚਾ ਵੱਧ ਜਾਣਾ ਹੈ। ਜੀ ਡੈਫੀਨੇਟਲੀ ਜੀ। ਇਹਦੇ ਉੱਤੇ ਨਾ ਮੈਂ ਵੀ ਪਿਛਲੀ ਵੀ ਗੱਲ ਹੋਈ ਸੀ ਜਦੋਂ ਮੈਂ ਆਪਣੀ ਗੱਲ ਚੱਲਦੀ ਸੀ ਇਹਦੇ ਉੱਤੇ, ਤੇ ਇਹਦੇ ਬਾਰੇ ਦੇ ਵਿੱਚ ਜਿਹੜੀ ਆ ਡਿਟੇਲ ਲੈ ਰਹੇ ਹੈਗੇ ਕਿ ਕਿਸ ਤਰ੍ਹਾਂ ਹੈਗਾ, ਕਿਉਂ ਹੈਗਾ।
ਤੇ ਜਿੱਦਾਂ ਹੀ ਆਪਾਂ ਨੂੰ ਡਿਟੇਲ ਮਿਲਦੀ ਹੈਗੀ, ਜੇ ਆਪਾਂ ਨੂੰ ਕੁਛ ਨਾ ਕੁਛ ਇੱਦਾਂ ਦਾ ਸ਼ੁਰੂ ਕਰਨਾ ਪੈਂਦਾ ਫਿਰ ਡੈਫੀਨਿਟਲੀ ਉਹ ਵਰਕ ਆਨ। ਜੀ ਥੈਂਕ ਯੂ ਜੀ, ਮਿਹਰਬਾਨੀ ਸ਼ਰਮਾ ਜੀ। ਤੇ ਇੱਥੇ ਹੀ ਜਿਹੜਾ ਹੁਣ ਪ੍ਰੋਗਰਾਮ ਨੂੰ ਆਪਾਂ ਜਿਹੜਾ ਉਹ ਸਮਾਪਤ ਜਿਹੜਾ ਉਹ ਕਰਦੇ ਹਾਂ। ਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਅਸੀਂ ਥੈਂਕ ਯੂ ਕਰਦੇ ਹਾਂ। ਤੁਸੀਂ ਜਿਹੜਾ ਉਹ ਦੱਸਿਆ ਉਹ ਇਸ ਦੇ ਉੱਤੇ ਵੀ ਬੜੇ ਸਿੰਘ ਜੇ ਫਸੇ ਸੀਗੇ ਜਿਹੜੇ ਕਨੈਟੀਕਟ ਵਾਲੇ ਟੈਕਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਕਈ ਜਿਹੜੇ ਟਰੱਕਿੰਗ ਕੰਪਨੀ ਵਾਲੇ ਜਾਂ ਟਰੱਕਿੰਗ ਲੌਬੀ ਉਹ ਕਹਿੰਦੇ ਵੀ ਅਸੀਂ ਕਨੈਟੀਕਟ ਨੂੰ ਬਾਈਪਾਸ ਕਰਕੇ ਜਿਹੜਾ ਉਹ ਲੰਘ ਜਿਆ ਕਰਨਾ ਆ, ਤੇ ਅੱਗੋਂ ਜਿਹੜੇ ਉਹਨਾਂ ਦੇ ਅਧਿਕਾਰੀ ਉਹ ਕਹਿੰਦੇ ਵੀ ਚਲੋ ਠੀਕ ਆ, ਲੰਘਣਾ ਲੱਗ ਜਾਓ, ਦੈਟਸ ਓਕੇ, ਅਸੀਂ ਤਾਂ ਲਾਇਆ ਆ, ਔਰੇਗਨ ਨੇ ਵੀ ਲਾਇਆ ਆ, ਅਸੀਂ ਵੀ ਲਾਇਆ ਆ, ਹੋਰ ਸੂਬਿਆਂ 'ਚ ਵੀ ਆ, ਤੇ ਪਰ ਕਹਿੰਦੇ ਵੀ ਚਲੋ ਫਿਰ ਸਾਡੇ ਘੱਟ ਪੋਲਿਊਸ਼ਨ ਹੋਊਗਾ, ਉਹ ਇੱਦਾਂ ਕਹੀ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਆ ਦੇਖੋ ਜਿਹੜੇ ਟੈਕਸ ਲਾ ਦਿੰਦੀਆਂ ਸੂਬੇ ਉਹ ਭਰਨੇ ਤਾਂ ਇਵੈਂਚੁਅਲੀ ਜਿਹੜੇ ਉਹ ਪੈਂਦੇ ਹੀ ਆ, ਜੇ ਉੱਥੇ ਤੁਸੀਂ ਜਿਹੜਾ ਉਹ ਲੰਘਣਾ ਆ, ਯੂ ਹੈਵ ਟੂ ਗੋ ਬਾਏ ਦ ਲਾ, ਫਿਰ ਉਹ ਚੱਲਦਾ ਹੀ ਆ ਉਹ ਕੰਮ। ਤੇ ਰਮਨ ਜੀ ਥੈਂਕ ਯੂ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ, ਤੇ ਆਉਣ ਵਾਲੇ ਦਿਨਾਂ 'ਚ ਫਿਰ ਇੱਕ ਵਾਰੀ ਦੱਸਦੇ ਜਾਈਏ ਵੀ ਇਹ ਜਿਹੜੇ ਪ੍ਰੋਗਰਾਮਿੰਗ ਆ, ਲਾਈਵ ਪ੍ਰੋਗਰਾਮਸ ਜਿਹੜੇ ਆ ਉਹ ਤੁਹਾਡੇ ਲਈ ਆਪਾਂ ਪੇਸ਼ ਜਿਹੜੇ ਕਰਿਆ ਕਰਾਂਗੇ YouTube ਦੇ ਉੱਤੇ ਹੀ। ਪੰਜਾਬੀ ਰੇਡੀਓ USA ਦਾ ਜਿਹੜਾ YouTube ਪੇਜ ਆ, ਚੈਨਲ ਆ, ਉਸ ਨੂੰ ਸਬਸਕ੍ਰਾਈਬ ਕਰ ਲਓ। ਫੇਸਬੁੱਕ ਦੇ ਉੱਤੇ ਕੁਛ ਪ੍ਰੋਬਲਮਸ, ਟੈਕਨੀਕਲ ਪ੍ਰੋਬਲਮਸ ਜਿਹੜੀਆਂ ਉਹ ਆ ਰਹੀਆਂ ਆ, ਸੋ ਇਸ ਲਈ ਆਪਾਂ ਜਿਹੜਾ ਇਸ ਨੂੰ ਮੂਵ ਕਰ ਰਹੇ ਹਾਂ ਹੁਣ, ਜਿਹੜੀ ਸਾਰੀ ਲਾਈਵ ਪ੍ਰੋਗਰਾਮਿੰਗ ਆ ਉਸ ਨੂੰ ਮੋਰ ਫੋਕਸ ਜਿਹੜਾ ਉਹ ਸਾਡਾ YouTube ਦੇ ਉੱਤੇ ਰਹੂਗਾ। ਇਹ ਵੀ ਦੱਸਦੀ ਹੈ ਜਿੰਨੇ ਵੀ ਸਾਡੇ ਸਰੋਤੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਸਾਡੇ ਸਾਰੇ ਹੀ 13 ਦੇ ਕਰੀਬ AM ਤੇ FM ਰੇਡੀਓ ਸਟੇਸ਼ਨ ਤੇ ਘਰਾਂ 'ਚ ਰੇਡੀਓ ਸੈਟਸ, ਉੱਥੇ ਤੁਸੀਂ ਉਦਾਂ ਹੀ ਸੁਣਦੇ ਰਹੋਗੇ। ਇਹ ਸਿਰਫ ਜੋ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜਾ ਬਾਕੀ ਵੈਬਸਾਈਟ ਦੇ ਉੱਤੇ ਉਹ ਸੇਮ ਰਹੂਗਾ, ਐਪ ਦੇ ਉੱਤੇ ਸੇਮ ਸਾਰਾ ਰਹੂਗਾ, ਪਰ ਫੇਸਬੁੱਕ ਦੀ ਜਗ੍ਹਾ ਤੇ YouTube ਦੇ ਉੱਤੇ ਜਿਹੜੇ ਆ ਜ਼ਿਆਦਾ ਸਾਡੇ ਸਰੋਤੇ ਆ ਉਹ ਦੇਖ ਸਕਣਗੇ, ਸੁਣ ਸਕਣਗੇ। ਤੇ ਹੁਣ ਲੈਣੇ ਜੀ ਇਜਾਜ਼ਤ ਮੇਰੇ ਰਾਜਕਰਨ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।